गुरु नानक अंगद गुरु अमरदास पद बंद। रामदास अर्जुन गुरु बर श्री हर गोबिंद। हरे राय हरे कृष्ण गुर तेग बहादुर चंद। दसवें गोबिंद सिंह गुर नमो चरण अरविंद। एकंकारा सतगुरु तेह प्रसाद सच होए। वाहिगुरु जी की फतेह विघ्न विनाशन सोए। श्री गुर शब्द कमाए जिन जीते पंच विकार। तिन संतन को बंदना सिर चरणन पर तार। कहाँ बुद्ध प्रभ तुच्छ हमारी वर्ण सकह महिमा जो तिहारी। हम ना सकत कर सिफत तुम्हारी आप ले हो तुम कथा सुधारी। सो कहो टल गुर सेविय अहनिस सहज सुभाए। दर्शन परसय गुरु कै जन्म मरण दुख जाए। सतनाम श्री वाहिगुरु साहिब जी चौपाई। इस प्रकार सिखन उपदेशा सुनता भाग विशेषा। वैर अखीर वृत को करा संग खालसा बन में फिरा। चौपाई इस प्रकार सिखन उपदेशा। वाहिगुरु जी का खालसा वाहिगुरु जी की फतेह। सतगुरां दी साजी नवाजी गुरु प्यारी गुरु सवारी गुरु खालसा साध संगत जीओ। बहुत वड्डे भागां दी निशानी है सतगुरां दे पवित्र अस्थान ते जुगो जुग अटल गुरता गद्दी ते शुभाएमान। दसां पातशाहियां दी आत्मक जोत चवर छत्र तख्त दे मालक प्रतख सतगुरु श्री गुरु ग्रंथ साहिब महाराज सच्चे पातशाह जी की हाजिर हजूरी विच बैठ के संध्या दे दीवान विच सतगुरां दे पवित्र इतिहास की कथा सरवण कर रहे हाँ। गुरु की बाणी का मनोहर कीर्तन अते रहरास साहब जी का पाठ सुन के आप जी ने आनंद माणिया। सतगुरां दे स्थान दे उत्ते जो लड़ीवार इतिहास की कथा सतगुरु श्री गुरु गोबिंद सिंह साहब जी महाराज जी के पवित्र जीवन की चल रही है। अमृत के दाते पुत्रां दे दानी सरबंस दानी साहिबे कमाल सतगुरु श्री गुरु गोबिंद सिंह साहब जी महाराज श्री आनंदपुर साहब की धरती ते विराजते हैं। बेअंत गुरु की संगतां गुरु चरनां विच पहुँच के आपो अपने मन दियां भावनावां गुरु चरनां विच अर्ज करदियां ते सतगुरु जी तो मन बांछित फल प्राप्त करदियां हन। बीते कल आपां सुनिया कि सतगुर सच्चे पातशाह जी ने केसां की महानता की बाबत बहुत विस्तार पूर्वक
ਗੁਰਮਤਿ ਰਹਿਤ ਮਰਿਆਦਾ ਦੇ ਬਚਨ ਗੁਰੂ ਕੀਆਂ ਸੰਗਤਾਂ ਨੂੰ ਸਰਵਣ ਕਰਵਾਏ। ਸੋ ਭਾਈ ਰਾਮ ਕੁਐਰ ਜੀ ਨੇ ਸੌ ਸਾਖੀ ਦੇ ਲਿਖਾਰੀ ਭਾਈ ਗੁਰਬਖਸ਼ ਸਿੰਘ ਜੀ ਨੂੰ ਆਪਣੀ ਅਧਿਆਤਮਿਕ ਅਵਸਥਾ ਦੇ ਬਾਬਤ ਵੀ ਦੱਸਿਆ ਕਿ ਗੁਰੂ ਕਿਰਪਾ ਦੁਆਰਾ ਮੇਰੀ ਸਮ ਦ੍ਰਿਸ਼ਟੀ ਹੋ ਗਈ ਹੈ। ਸੋ ਇਸ ਪ੍ਰਕਾਰ ਸਤਿਗੁਰੂ ਜੀ ਦੇ ਸੁੰਦਰ ਵਿਚਾਰ ਸੁਣ ਕੇ, ਸਤਿਗੁਰਾਂ ਦੇ ਮਨੋਹਰ ਬਚਨ ਸੁਣ ਕੇ ਸੰਗਤਾਂ ਨਿਹਾਲ ਹੋਈਆਂ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦਰਬਾਰ ਦੇ ਵਿੱਚੋਂ ਉੱਠ ਕੇ ਚਲੇ ਗਏ, ਘੋੜਿਆਂ ਦੇ ਤਵੇਲੇ ਦੇ ਵਿੱਚ ਪਹੁੰਚੇ, ਜਿੱਥੇ ਹੈ ਬੇਗੀ ਨਾਮ ਦੇ ਘੋੜੇ ਨੂੰ ਜਾ ਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਨਿਹਾਰਿਆ, ਉਹਦੇ ਉੱਤੇ ਕਿਰਪਾ ਦ੍ਰਿਸ਼ਟੀ ਪਾਈ। ਘੋੜਾ ਸੀ ਜਿਹੜਾ ਉਹ ਬੜਾ ਚੰਚਲ ਚਾਲ ਵਾਲਾ ਸੀ, ਹਵਾ ਦੇ ਸਮਾਨ ਉਹਦੀ ਚਾਲ ਸੀ, ਹਵਾ ਦੇ ਨਾਲੋਂ ਵੀ ਤੇਜ਼ ਵੇਗ ਵਾਲਾ ਘੋੜਾ ਸੀ, ਜਿਸ ਕਰਕੇ ਇਹਦਾ ਨਾਮ ਹੈ ਬੇਗੀ ਰੱਖਿਆ ਗਿਆ। ਕਿਉਂਕਿ ਗੁਰੂ ਘਰ ਦੇ ਵਿੱਚ ਜਿਹੜੇ ਪਸ਼ੂਆਂ ਜਾਨਵਰਾਂ ਨੇ ਵੀ ਸੇਵਾ ਕੀਤੀ, ਉਹਨਾਂ ਦੇ ਵੀ ਸਤਿਗੁਰੂ ਜੀ ਬੜੇ ਪਿਆਰ ਦੇ ਨਾਲ ਨਾਮ ਰੱਖਦੇ ਸਨ। ਛੇਵੇਂ ਪਾਤਸ਼ਾਹ ਜੀ ਵੇਲੇ ਆਪਾਂ ਨੂੰ ਪਤਾ ਹੈ ਗੁਲਬਾਗ ਅਤੇ ਦਿਲਬਾਗ ਨਾਮ ਦੇ ਘੋੜੇ, ਜਿਨ੍ਹਾਂ ਨੂੰ ਭਾਈ ਬਿਧੀ ਚੰਦ ਜੀ ਲਾਹੌਰ ਦੇ ਸ਼ਾਹੀ ਕਿਲੇ ਵਿੱਚੋਂ ਛੁਡਾ ਕੇ ਲੈ ਕੇ ਆਏ ਸਨ। ਤੇ ਇਸੇ ਤਰ੍ਹਾਂ ਛੇਵੇਂ ਪਾਤਸ਼ਾਹ ਜੀ ਦੇ ਇੱਕ ਘੋੜੇ ਦਾ ਨਾਂ ਜਿਹੜਾ ਬੜਾ ਤੇਜ਼ ਦੌੜਦਾ ਸੀ, ਉਹਦਾ ਨਾਂ ਵੀ ਵਾਵਰੋਲਾ ਸੀ। ਤੇ ਇੱਥੇ 10ਵੇਂ ਪਾਤਸ਼ਾਹ ਜੀ ਦੇ ਕੋਲ ਜਿਹੜਾ ਇਹ ਘੋੜਾ ਹੈ ਜਿਸ ਨੂੰ ਨਿਹਾਰ ਰਹੇ ਆ, ਜਿਹਦੇ ਉੱਤੇ ਕਿਰਪਾ ਦ੍ਰਿਸ਼ਟੀ ਪਾ ਰਹੇ ਹੈ ਬੇਗੀ ਨਾਮ ਦਾ ਇਹ ਘੋੜਾ ਹੈ। ਇਸ ਘੋੜੇ ਨੂੰ ਜਾ ਕੇ ਦੇਖਣ ਲੱਗੇ, ਅੰਮ੍ਰਿਤ ਦ੍ਰਿਸ਼ਟੀ ਇਹਦੇ ਉੱਤੇ ਪਾਈ ਹੈ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ। ਸੋ ਇਸ ਪ੍ਰਕਾਰ ਸਤਿਗੁਰੂ ਜੀ ਨਿੱਤਾ ਪ੍ਰਤੀ ਗੁਰੂ ਕੇ ਸਿੱਖਾਂ ਨੂੰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਜਿਵੇਂ ਕਥਾ ਦਾ ਪ੍ਰਸੰਗ ਅੱਗੇ ਆ ਰਿਹਾ, ਲੜੀ ਜੋੜੀਏ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਚੌਪਈ। ਇਸ ਪ੍ਰਕਾਰ ਸਿੱਖਾਂ ਨੂੰ ਉਪਦੇਸ਼ਾ। ਇਸ ਪ੍ਰਕਾਰ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਆਪਣੇ ਪਵਿੱਤਰ ਦਰਬਾਰ ਦੇ ਵਿੱਚ ਬੈਠ ਕੇ ਗੁਰੂ ਕੀਆਂ ਸੰਗਤਾਂ ਦੇ ਨਾਲ ਬਚਨ ਵਿਲਾਸ ਕਰਦੇ ਹਨ, ਉਹਨਾਂ ਨੂੰ ਗੁਰਬਾਣੀ ਦਾ ਉਪਦੇਸ਼ ਬਖਸ਼ਿਸ਼ ਕਰਦੇ ਹਨ। ਸਤਿਗੁਰੂ ਜੀ ਦੇ ਮਨੋਹਰ ਸੁੰਦਰ ਪਵਿੱਤਰ ਬਚਨ ਸੁਣ ਕੇ ਹਿਰਦੇ ਵਿੱਚ ਧਾਰਨ ਕਰਦੇ ਹਨ। ਜਿਹੜੇ ਗੁਰਸਿੱਖਾਂ ਦੇ, ਜਿਹੜੇ ਗੁਰਮੁਖਾਂ ਦੇ ਵਿਸ਼ੇਸ਼ ਭਾਗ ਹਨ, ਵੱਡੇ ਭਾਗ ਹਨ। ਇਸ ਪ੍ਰਕਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਦੇ ਕਦੇ ਆਪਣੀ ਮੌਜ ਦੇ ਵਿੱਚ ਆ ਕੇ ਜੀਵਾਂ ਦਾ ਉਧਾਰ ਕਰਨ ਵਾਸਤੇ, ਜੀਵਾਂ ਨੂੰ ਤਾਰਨ ਵਾਸਤੇ ਸ਼ਿਕਾਰ ਬਿਰਤੀ ਵੀ ਕਰਦੇ ਹਨ। ਸੰਗ ਖਾਲਸਾ ਬਨ ਮੇ ਫਿਰੈ। ਸਤਿਗੁਰੂ ਜੀ ਦੇ ਨਾਲ ਜਿਹੜਾ ਗੁਰੂ ਕਾ ਤਿਆਰ ਬਰ ਤਿਆਰ ਖਾਲਸਾ, ਉਹ ਵੀ ਜੰਗਲਾਂ ਦੇ ਵਿੱਚ ਜਾਂਦਾ ਹੈ। ਏਤਕ ਗ੍ਰਾਮ ਸ਼ੀਨ ਕਰ ਲੀਨੇ। ਇਸ ਪ੍ਰਕਾਰ ਗੁਰੂ ਕਾ ਖਾਲਸਾ ਸਤਿਗੁਰੂ ਜੀ ਦੇ ਨਾਲ ਹਮੇਸ਼ਾ ਹੀ ਤਿਆਰ ਬਰ ਤਿਆਰ ਹੋ ਕੇ ਜੱਥੇ ਦੇ ਰੂਪ ਦੇ ਵਿੱਚ ਵਿਚਰਦਾ ਹੈ। ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਦਰ ਦੇ ਉੱਤੇ ਜੋ ਦੂਰ ਦੁਰਾਡੇ ਤੋਂ ਬੇਸ਼ਕੀਮਤੀ ਭੇਟਾਵਾਂ ਲੈ ਕੇ ਗੁਰੂ ਕੀਆਂ ਸੰਗਤਾਂ ਆਉਂਦੀਆਂ ਹੈ, ਸੋ ਉਹਨਾਂ ਸੰਗਤਾਂ ਨੂੰ ਕਈ ਵਾਰ ਉਹ ਨੇੜਲੇ ਨਗਰਾਂ ਦੇ ਜਿਹੜੇ ਤੜਵਾਈ ਡਾਕੂ ਹਨ, ਉਹਨਾਂ ਤੋਂ ਉਹ ਭੇਟਾਵਾਂ ਵੀ ਖੋਹ ਲੈਂਦੇ ਆ, ਲੁੱਟ ਲੈਂਦੇ ਆ। ਜਿਵੇਂ ਕਲਮੋਟ ਨਾਂ ਦਾ ਨਗਰ ਹੈ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿੱਚ, ਤੇ ਉਸ ਨਗਰ ਦੇ ਵਸਨੀਕਾਂ ਨੇ ਗੁਰੂ ਕੀ ਸੰਗਤ ਨੂੰ ਇੱਕ ਵਾਰ ਲੁੱਟ ਲਿਆ ਸੀ। ਸਾਰਾ ਜੋ ਉਹਨਾਂ ਕੋਲ ਗੁਰੂ ਘਰ ਨੂੰ ਅਰਪਣ ਕਰਨ ਵਾਸਤੇ ਮਾਇਆ ਪਦਾਰਥ ਜੋ ਵੀ ਭੇਟਾਵਾਂ ਸਨ। ਤੇ ਐਸੇ ਜਿਹੜੇ ਦੁਸ਼ਟ ਲੋਕ ਸਨ, ਸੋ ਉਹਨਾਂ ਦੇ ਪਿੰਡਾਂ ਦੇ ਉੱਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਖਾਲਸਾ ਫੌਜਾਂ ਦੇ ਸਮੇਤ ਜਾ ਕੇ ਧਾਵਾ ਵੀ ਕਰ ਦਿੰਦੇ ਸਨ ਕਿ ਸੰਗਤ ਨੂੰ ਦੁਖੀ ਕਰਦੇ ਹੈ। ਤਾਂ ਫਿਰ ਉਹਨਾਂ ਨੂੰ ਸਜ਼ਾਵਾਂ ਦੇਣ ਵਾਸਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਇਸ ਪ੍ਰਕਾਰ ਦੇ ਕਈ ਪਿੰਡਾਂ ਨੂੰ ਵੀ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਆਪਣੇ ਅਧੀਨ ਕਰ ਲਿਆ। ਕਈ ਜਿਹੜੇ ਸਨ ਗਲਤੀ ਕਰਕੇ ਬਾਅਦ ਵਿੱਚ ਸਤਿਗੁਰੂ ਜੀ ਨੂੰ ਚੜ੍ਹਿਆ ਆਇਆ ਵੇਖ ਕੇ ਕਿ ਸਤਿਗੁਰੂ ਜੀ ਹੁਣ ਸਾਡੇ ਜ਼ੁਲਮਾਂ ਦਾ ਹਿਸਾਬ ਕਿਤਾਬ ਪੂਰਾ ਕਰਨ ਆ ਰਹੇ ਹੈ,
ਤੇ ਉਸ ਵੇਲੇ ਡਰਦੇ ਮਾਰੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਭੇਟਾਵਾਂ ਅਰਪਣ ਕਰ ਦਿੰਦੇ ਸਨ। ਜੋ ਸੰਗਤ ਦੀਆਂ ਭੇਟਾਵਾਂ ਸਨ ਉਹ ਵਾਪਸ ਦੇ ਕੇ ਗਲਤੀ ਦੀ ਮਾਫੀ ਮੰਗਦੇ ਸਨ। ਜੇ ਨਾ ਮਿਲੇ ਕਰਮ ਕੁਛ ਧਰੈ। ਤੇ ਕਈ ਜਿਹੜੇ ਨਹੀਂ ਮਿਲਦੇ ਸੀ ਆ ਕੇ ਸਤਿਗੁਰੂ ਜੀ ਨੂੰ ਮਨ ਵਿੱਚ ਗੁਮਾਨ ਰੱਖਦੇ ਸਨ, ਹੰਕਾਰੀ ਸਨ। ਤਿਨ ਹਿਤ ਬ੍ਰਿੰਦ ਖਾਲਸਾ ਚਰੈ। ਉਹਨਾਂ ਨੂੰ ਸੋਧਣ ਦੇ ਵਾਸਤੇ ਫਿਰ ਗੁਰੂ ਕਾ ਖਾਲਸਾ ਚੜ੍ਹਾਈ ਕਰਕੇ ਜਾਂਦਾ ਸੀ। ਕਰੇ ਸ਼ਿਕਾਰ ਤਹਾਂ ਮਨ ਭਾਇਓ। ਤੇ ਇਸ ਪ੍ਰਕਾਰ ਉਸ ਪੂਰੇ ਇਲਾਕੇ ਦੇ ਵਿੱਚ ਮਨ ਭਾਉਂਦਾ ਤੋਰਾ ਫੇਰਾ ਕਰਦੇ ਸਨ। ਉਹਨਾਂ ਨੂੰ ਸਜ਼ਾਵਾਂ ਵੀ ਦਿੰਦੇ ਸਨ। ਅਜੈ ਤਜੇ ਗ੍ਰਾਮ ਡਰ ਪਾਇਓ। ਇਸ ਪ੍ਰਕਾਰ ਸਤਿਗੁਰ ਸੱਚੇ ਪਾਤਸ਼ਾਹ ਜੀ ਔਰ ਖਾਲਸਾ ਫੌਜਾਂ ਦੇ ਡਰ ਨੂੰ ਵੇਖ ਕੇ, ਡਰ ਨੂੰ ਪਾ ਕੇ ਬਹੁਤ ਸਾਰੇ ਲੋਕ ਜਿਹੜੇ ਐ ਉਹ ਪਿੰਡਾਂ ਦੇ ਪਿੰਡ ਛੱਡ ਕੇ ਭੱਜ ਜਾਂਦੇ ਸਨ। ਇਹ ਦੁਸ਼ਟ ਲੋਕ ਗਿਰਕੀ ਬੜਾਏ ਪੁੰਜ ਲੈ ਆਵੈ। ਤੇ ਖਾਲਸਾ ਕੀ ਕਰਦਾ ਸੀ, ਉਹਨਾਂ ਦੁਸ਼ਟਾਂ ਦੀਆਂ ਜਿਹੜੀਆਂ ਜ਼ਮੀਨਾਂ ਸੀ ਉਹਨਾਂ ਵਿੱਚੋਂ ਫਸਲਾਂ ਨੂੰ ਵੱਢ ਕੇ ਤੇ ਨਾਲ ਹੀ ਚੁੱਕ ਕੇ ਲੈ ਆਉਂਦਾ ਸੀ ਆਨੰਦਪੁਰ ਸਾਹਿਬ। ਅਨੰਦਪੁਰ ਤਰੰਗ ਸੋ ਖਾਵੈ। ਤੇ ਆਨੰਦਪੁਰ ਸਾਹਿਬ ਦੇ ਵਿੱਚ ਉਹ ਫਸਲਾਂ ਜਿਹੜੀਆਂ ਹਰੀਆਂ ਭਰੀਆਂ ਘੋੜਿਆਂ ਨੂੰ ਪਾ ਦਿੱਤੀਆਂ ਜਾਂਦੀਆਂ ਸਨ ਤੇ ਘੋੜੇ ਬੜੀ ਖੁਸ਼ੀ ਦੇ ਨਾਲ ਖਾਂਦੇ ਸਨ। ਭੀਮ ਚੰਦ ਦੇਖੈ ਦੁਖ ਲਹੈ। ਰਾਜਾ ਭੀਮ ਚੰਦ ਜਿਹੜਾ ਪਹਾੜੀ ਰਾਜਾ ਸੀ, ਇਹ ਸਭ ਕੁਝ ਦੇਖ ਕੇ, ਸਭ ਕੁਝ ਵਰਤਦਾ ਵੇਖ ਕੇ ਕਿ ਗੁਰੂ ਸਾਹਿਬ ਤਾਂ ਦੁਸ਼ਟਾਂ ਨੂੰ ਸਜ਼ਾਵਾਂ ਦੇ ਰਹੇ ਐ, ਤੇ ਇਹ ਅੰਦਰੋਂ ਅੰਦਰੀ ਬੜਾ ਦੁਖੀ ਹੁੰਦਾ ਸੀ। ਹਾਂ, ਮਨ ਵਿੱਚ ਡਰਦਾ ਸੀ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨਾਲ ਸਾਹਮਣੇ ਮੱਥੇ ਆ ਕੇ ਲੜ ਨਹੀਂ ਸਕਦਾ ਸੀ। ਕਲਗੀਧਰ ਸਤਿਗੁਰੂ ਸੱਚੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਉਹ ਤਾਂ ਹਮੇਸ਼ਾ ਹੀ ਵੀਰ ਰਸ ਵਿੱਚ ਰਹਿੰਦੇ ਸਨ, ਤਿਆਰ ਬਰ ਤਿਆਰ। ਤੇ ਭੀਮ ਚੰਦ ਮਨ ਦੇ ਵਿੱਚ ਇਹੀ ਗੱਲਾਂ ਸੋਚ ਸੋਚ ਕੇ ਡਰਦਾ ਰਹਿੰਦਾ ਹੈ ਵੀ ਮਹਾਰਾਜ ਸੱਚੇ ਪਾਤਸ਼ਾਹ ਤਾਂ ਬੜੇ ਵੀਰ ਰਸੀ ਯੋਧੇ ਜਵਾਨ ਹੈ, ਤੇ ਇਹ ਤਾਂ ਹਮੇਸ਼ਾ ਹੀ ਜੰਗ ਦਾ ਅਖਾੜਾ ਹੀ ਚਾਹੁੰਦੇ ਐ ਵੀ ਕੋਈ ਲੜਨ ਵਾਲਾ ਆਵੇ ਸਹੀ ਤੇ ਉਹਨੂੰ ਫਿਰ ਨਾਸੀ ਧੂਆਂ ਉਹਦੇ ਲਿਆਈਏ ਤੇ ਉਹਨੂੰ ਮੂੰਹ ਦੀ ਖਾਣੀ ਪਵੇ ਦੁਸ਼ਮਣ ਨੂੰ। ਸੋ ਇਹ ਮਹਾਰਾਜ ਸੱਚੇ ਪਾਤਸ਼ਾਹ ਤਾਂ ਹਮੇਸ਼ਾ ਜੰਗ ਹੀ ਚਾਹੁੰਦੇ ਆ, ਇਉਂ ਸੋਚਦਾ ਸੀ ਭੀਮ ਚੰਦ। ਸਿੰਘਾਂ ਨੂੰ ਨਿੱਤਾ ਪ੍ਰਤੀ ਲੜਨਾ ਸਿਖਾਉਂਦੇ ਆ, ਗੱਤਕਾ ਸ਼ਸਤਰ ਵਿਦਿਆ ਦਾ ਅਭਿਆਸ ਕਰਾਉਂਦੇ ਹਨ। ਤੇ ਤੁਰਕਾਂ ਦੇ ਨਾਲ, ਬਹੁਤ ਸਾਰੇ ਤੁਰਕਾਂ ਦੇ ਨਾਲ ਨਿੱਤਾ ਪ੍ਰਤੀ ਵੈਰ ਵਿਰੋਧ ਵੱਧ ਰਿਹਾ ਹੈ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਮਨ ਦਾ ਇਹ ਅੰਦਰਲਾ ਮਨੋਰਥ ਸੀ ਕਿ ਜੇਕਰ ਸਾਡਾ ਪੰਥ ਖਾਲਸਾ ਜਿਹੜਾ ਹਮੇਸ਼ਾ ਹੀ ਇਹ ਛੋਟੇ ਮੋਟੇ ਜੰਗ ਯੁੱਧ ਕਰਦਾ ਰਹੇਗਾ। ਹਾਂ, ਕਹਿੰਦੇ ਇਸ ਤਰ੍ਹਾਂ ਕਹਿੰਦੇ ਛੋਟੇ ਮੋਟੇ ਜਿਹੜੇ ਲੜਾਈ ਝਗੜੇ ਗੁਰੂ ਕੇ ਸਿੱਖ ਕਰਦੇ ਐ, ਦੁਸ਼ਟਾਂ ਨੂੰ ਸਜ਼ਾ ਦਿੰਦੇ ਐ, ਇਹਦੇ ਨਾਲ ਕਹਿੰਦੇ ਇਹਨਾਂ ਦਾ ਜੰਗ ਦਾ ਅਭਿਆਸ ਹੁੰਦਾ ਰਹੇਗਾ, ਸ਼ਸਤਰਾਂ ਦੀ ਸੰਥਾ ਹੁੰਦੀ ਹੈ। ਜਦੋਂ ਇਹ ਯੁੱਧ ਕਰਦੇ ਆ, ਹਥਿਆਰ ਮਾਰਦੇ ਆ, ਹਥਿਆਰ ਚਲਾਉਂਦੇ ਹਨ, ਇਸ ਤਰ੍ਹਾਂ ਇਹਨਾਂ ਨੂੰ ਕਰਦਿਆਂ ਕਰਦਿਆਂ ਅਭਿਆਸ ਇੰਨਾ ਹੋ ਜਾਏਗਾ ਕਿ ਇਸ ਭੂਮੀ ਦਾ, ਇਸ ਧਰਤੀ ਦਾ ਆਪਣੇ ਬਲ ਬੂਤੇ ਦੇ ਨਾਲ ਰਾਜ ਭਾਗ ਸੰਭਾਲ ਲੈਣਗੇ। ਸਤਿਗੁਰੂ ਦੇ ਮਨ ਦੀ ਇਹ ਉਮੰਗ ਚਾਹਨਾ ਸੀ ਅੰਦਰਲੀ, ਜਿਸ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਨਿੱਤਾ ਪ੍ਰਤੀ ਚਾਹੁੰਦੇ ਸਨ ਕਿ ਦੁਸ਼ਟਾਂ ਨੂੰ ਸਜ਼ਾਵਾਂ ਦਿੱਤੀਆਂ ਜਾਣ, ਰਣ ਮੈਦਾਨ ਭਖਿਆ ਰਹੇ। ਸੋ ਇਸ ਪ੍ਰਕਾਰ ਦਾ, ਅਨੇਕਾਂ ਪ੍ਰਕਾਰ ਦਾ ਲੜਾਈ ਝਗੜਾ ਬਖੇੜਾ। ਪਰਬਤਪਤੀ ਜਿਹੜੇ ਪਹਾੜੀ ਰਾਜੇ ਸਨ, ਸੋ ਉਹਨਾਂ ਦੇ ਨਾਲ ਝਗੜਾ ਝੇੜਾ ਜਿਹੜਾ ਚੱਲਦਾ ਰਹਿੰਦਾ ਸੀ। ਪਰ ਇਹ ਡਰਦੇ ਸਨ, ਇਸ ਕਰਕੇ ਸਤਿਗੁਰੂ ਜੀ ਨਾਲ ਆ ਕੇ ਲੜਾਈ ਨਹੀਂ ਸਨ ਕਰਦੇ। ਲੜਨਾ ਚਾਹੁੰਦੇ ਸਨ ਪਰ ਸਿੱਧੇ ਮੱਥੇ ਆਪ ਨਹੀਂ ਸਨ ਲੜਦੇ।
ਤੁਰਕਨ ਕੀ ਸਹਾਏ ਜੈ ਸੋਈ। ਇਹ ਚਾਹੁੰਦੇ ਸਨ ਕਿ ਤੁਰਕਾਂ ਦਾ ਕੋਈ ਵੱਡਾ ਜਥਾ, ਕੋਈ ਵੱਡੀ ਫੌਜ ਸਾਡੇ ਨਾਲ ਆਵੇ ਤੇ ਸਾਡੀ ਸਹਾਇਤਾ ਕਰੇ ਗੁਰੂ ਦੇ ਵਿਰੋਧ ਲੜਨ ਵਾਸਤੇ। ਧਰਮ ਪਠਾਵਤ ਰਹੇ ਵਿਸਾਲਾ। ਤੇ ਇਸ ਕਰਕੇ ਇਹ ਤੁਰਕਾਂ ਨੂੰ, ਜਿਹੜੇ ਪਹਾੜੀ ਰਾਜੇ ਸਨ, ਇਹ ਬਹੁਤ ਸਾਰਾ ਧਨ ਭੇਟ ਕਰਦੇ ਰਹਿੰਦੇ ਸਨ ਸਮੇਂ-ਸਮੇਂ। ਜਾਤ ਵਕੀਲ ਸੁਨਾਏ ਕੁਚਾਲਾ। ਇਹਨਾਂ ਦੇ ਵਕੀਲ, ਇਹਨਾਂ ਦੇ ਦੂਤ, ਇਹਨਾਂ ਦਾ ਸੁਨੇਹਾ ਲੈ ਕੇ ਜਾਣ ਵਾਲੇ ਜਾ ਕੇ ਕੁਚਾਲਾ ਭੈੜੇ ਤਰੀਕੇ ਨਾਲ ਭੈੜੀਆਂ ਚਾਲਾਂ ਚੱਲਦੇ ਹੋਏ ਗੁਰੂ ਸਾਹਿਬ ਜੀ ਦੇ ਪ੍ਰਤੀ ਜਾ ਕੇ ਉੱਥੇ ਉਹਨਾਂ ਤੁਰਕਾਂ ਨੂੰ ਜਾ ਕੇ ਦੱਸਦੇ ਸਨ ਕਿ ਸਤਿਗੁਰੂ ਜੀ ਨੇ ਕੁਚਾਲਾ ਫੜਿਆ ਹੋਇਆ, ਭੈੜੀ ਰੀਤ ਫੜੀ ਹੋਈ ਹੈ, ਸਾਨੂੰ ਤੰਗ ਕਰਦੇ ਹਨ। ਐਵੇਂ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਸਨ। ਅਵਰੰਗ ਨਿਕਟ ਕਿਤੇ ਕਸਧਾਵੈ। ਕਈ ਇਹਨਾਂ ਦੇ ਵਿੱਚੋਂ ਔਰੰਗੇ ਦੇ ਕੋਲੇ ਵੀ ਜਾਂਦੇ ਸਨ। ਔਰੰਗਜ਼ੇਬ ਦੇ ਕੋਲੇ, ਸਿੰਧ, ਹੈਦਰਾਬਾਦ, ਗੋਲਕੁੰਡਾ, ਉਸ ਪਾਸੇ ਔਰੰਗਜ਼ੇਬ ਕੋਲ ਵੀ ਪਹੁੰਚ ਜਾਂਦੇ ਸਨ ਸ਼ਿਕਾਇਤਾਂ ਕਰਨ। ਕਈ ਜਿਹੜੇ ਨੇੜੇ ਨੇੜੇ ਦੇ ਸੂਬੇ ਸਨ ਉਹਨਾਂ ਕੋਲ ਜਾ ਕੇ ਤੇ ਆਪਣਾ ਇਹ ਹਾਲ ਸੁਣਾਉਂਦੇ ਸਨ। ਕੀ ਕਹਿੰਦੇ ਸੀ ਕਿ 10ਵੇਂ ਨਾਨਕ, 10ਵੇਂ ਗੁਰੂ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ, ਉਹਨਾਂ ਨੇ ਤਾਂ ਸਾਡੇ ਪਹਾੜੀ ਇਲਾਕੇ ਵਿੱਚ ਬੜੀ ਧੁੰਮ ਪਾਈ ਹੋਈ ਹੈ, ਬੜੀ ਉਹਨਾਂ ਨੇ ਆਪਣਾ ਬੋਲਬਾਲਾ ਕੀਤਾ ਹੋਇਆ ਹੈ। ਤੇ ਉਹ ਤਾਂ ਰਾਜ ਕਰਨਾ ਚਾਹੁੰਦੇ ਆ, ਇਸ ਕਰਕੇ ਸਾਡੀਆਂ ਜ਼ਮੀਨਾਂ ਖੋਹ ਰਹੇ ਹਨ। ਤੇ ਜਾ ਕੇ ਕਹਿੰਦੇ ਸਨ ਕਿ ਸੂਬਾ ਸਾਹਿਬ, ਪਹਾੜਾਂ ਦੇ ਵਿੱਚ, ਸਾਡੇ ਦੇਸ਼ ਦੇ ਵਿੱਚ ਉਹਨਾਂ ਨੇ ਤਾਂ ਪਿੰਡਾਂ ਦੇ ਪਿੰਡ ਹੀ ਉਜਾੜ ਦਿੱਤੇ। ਸਾਨੂੰ ਲੁੱਟਦੇ ਐ, ਸਾਨੂੰ ਕੁੱਟਦੇ ਐ, ਅਸੀਂ ਤਾਂ ਹੰਬ ਹਾਰ ਗਏ ਹਾਂ। ਇਸ ਪ੍ਰਕਾਰ ਨਿੱਤ ਇਹ ਭੈੜੀਆਂ ਚਾਲਾਂ ਚੱਲਦੇ ਆ, ਇਸ ਤਰ੍ਹਾਂ ਦੀਆਂ ਕਾਰਵਾਈਆਂ ਕਰਦੇ ਹਨ। ਉਧਰ ਤੁਰਕਾਂ ਕੋਲੇ ਜਾ ਜਾ ਕੇ ਚੁਗਲੀਆਂ ਕਰਦੇ ਆ ਤੇ ਇਧਰ ਗੁਰੂ ਸਾਹਿਬ ਦੇ ਕੋਲ ਸੰਧੀ ਦਾ, ਮੇਲ ਮਿਲਾਪ ਦਾ ਵਿਖਾਵਾ ਵੀ ਕਰਦੇ ਆ। ਇਸ ਤਰ੍ਹਾਂ ਦੀ ਗੱਲਬਾਤ ਵੀ ਚਲਾਉਂਦੇ ਰਹਿੰਦੇ ਆ ਵੀ ਮਹਾਰਾਜ ਸੱਚੇ ਪਾਤਸ਼ਾਹ ਆਪਾਂ ਰਲ ਮਿਲ ਕੇ ਰਹੀਏ। ਕਿਉਂਕਿ ਜਿਹੜੇ ਦੋਗਲੇ ਬੰਦੇ ਹੁੰਦੇ ਆ ਨਾ, ਉਹ ਮਨ ਵਿੱਚ ਵੈਰ ਵੀ ਰੱਖਦੇ ਆ, ਜੜ੍ਹਾਂ ਦੇ ਵਿੱਚ ਆਰੀ ਵੀ ਫੇਰੀ ਜਾਣਗੇ ਤੇ ਉੱਤੋਂ ਕਹਿਣਗੇ ਕਿ ਅਸੀਂ ਤੁਹਾਡੇ ਨਾਲ ਹੈ। ਜਿਵੇਂ 1984 ਵੇਲੇ ਹੋਇਆ ਹੀ ਆ ਨਾ, ਉਹ ਧਰਮ ਜਦੋਂ ਮੋਰਚਾ ਲੱਗਿਆ, ਮਹਾਂਪੁਰਖਾਂ ਨੇ ਪੰਜਾਬ ਦੀਆਂ ਹੱਕੀ ਮੰਗਾਂ ਨੂੰ ਲੈ ਕੇ, ਆਨੰਦਪੁਰ ਦੇ ਮਤੇ ਨੂੰ ਲੈ ਕੇ ਤੇ ਵੱਡਾ ਮੋਰਚਾ ਲਾ ਦਿੱਤਾ। ਹਾਲਾਂਕਿ ਕੁਝ ਕੁ ਸਿੰਘਾਂ ਦੀ ਗ੍ਰਿਫਤਾਰੀ ਨੂੰ ਲੈ ਕੇ ਇਹ ਮੋਰਚਾ ਲਾਇਆ ਗਿਆ ਸੀ। ਭਾਈ ਅਮਰੀਕ ਸਿੰਘ ਜੀ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ, ਤੇ ਇਸੇ ਪ੍ਰਕਾਰ ਜਥੇ ਦੇ ਸੀਨੀਅਰ ਸਿੰਘ ਜਥੇਦਾਰ ਬਾਬਾ ਥਾਰਾ ਸਿੰਘ ਜੀ, ਇਹ ਕੁਝ ਸਿੰਘਾਂ ਨੂੰ ਛਡਾਉਣ ਗਏ ਸਨ, ਇਹਨਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਸੀ। ਉਸ ਤੋਂ ਬਾਅਦ ਬਹੁਤ ਥੋੜ੍ਹੇ ਸਮੇਂ ਵਿੱਚ ਸ਼ਾਮ ਤੱਕ ਹੀ ਮਹਾਂਪੁਰਖਾਂ ਨੇ ਇਹ ਮੋਰਚਾ ਲਾ ਦਿੱਤਾ ਸੀ। ਤੇ ਬਾਅਦ ਵਿੱਚ ਸਾਡੇ ਅਕਾਲੀ ਜਥੇਦਾਰ ਉਹ ਮਹਾਂਪੁਰਖਾਂ ਦੇ ਕੋਲ ਆਏ, ਕਿਉਂਕਿ ਉਹ ਕਪੂਰੀ ਦਾ ਮੋਰਚਾ ਲਾਈ ਬੈਠੇ ਸਨ, ਨਹਿਰ ਦਾ। ਤੇ ਉਹਨਾਂ ਨੇ ਸੋਚਿਆ ਕਿ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੀ ਚੜ੍ਹਤ ਬੜੀ ਹੈ, ਸੰਗਤ ਉਹਨਾਂ ਦੀ ਹਰੇਕ ਗੱਲ ਸੁਣਦੀ ਹੈ, ਕਿਉਂਕਿ ਉਹ ਕਹਿਣੀ ਤੇ ਕਰਨੀ ਦੇ ਪੂਰੇ ਹੈ। ਕਿਉਂ ਨਾ ਹੋਵੇ ਆਪਾਂ ਉਹਨਾਂ ਨੂੰ ਆਪਣੇ ਇਸ ਮੋਰਚੇ ਦੇ ਵਿੱਚ ਸ਼ਾਮਲ ਕਰ ਲਈਏ ਤੇ ਸਾਡੇ ਮੋਰਚੇ ਦੀ ਚੜ੍ਹਦੀ ਕਲਾ ਹੋ ਜਾਏਗੀ। ਪਰ ਹੈ ਸਨ ਰਾਜਨੀਤਿਕ ਲੋਕ, ਸੋ ਉਹਨਾਂ ਨੇ ਕੀ ਕੀਤਾ, ਮਹਾਂਪੁਰਖਾਂ ਨੂੰ ਧਰਨੇ ਦੇ ਵਿੱਚ ਆਪਣੇ ਧਰਮ ਯੁੱਧ ਮੋਰਚੇ ਵਿੱਚ ਸ਼ਾਮਲ ਕਰ ਲਿਆ। ਜਦੋਂ ਐਨ ਸਿਖਰਾਂ ਦੇ ਉੱਤੇ ਮੋਰਚਾ ਪਹੁੰਚਿਆ ਤੇ ਇੰਦਰਾ ਗਾਂਧੀ ਵੀ ਵਿਚਾਰਾਂ ਕਰਨ ਲੱਗ ਪਈ ਸੀ ਕਿ ਮਹਾਂਪੁਰਖਾਂ ਨੂੰ ਜਾ ਕੇ ਮਿਲ ਲੈਣਾ ਚਾਹੀਦਾ, ਇਹਨਾਂ ਦੀਆਂ ਹੱਕੀ ਮੰਗਾਂ ਸੁਣ ਲੈਣੀਆਂ ਚਾਹੀਦੀਆਂ। ਤੇ ਉਸ ਵੇਲੇ ਇਹ ਜਿਹੜੇ ਗਦਾਰ ਲੋਕ ਸਨ, ਦੋਗਲੇ ਕਿਰਦਾਰਾਂ ਵਾਲੇ, ਇਹਨਾਂ ਨੇ ਚਿੱਠੀਆਂ ਲਿਖ ਲਿਖ ਕੇ ਪਾਈਆਂ ਕਿ ਭਿੰਡਰਾਂ ਵਾਲਾ ਸੰਤ ਉਹ ਤਾਂ ਅੱਤਵਾਦ ਫੈਲਾ ਰਿਹਾ, ਉਹ ਤਾਂ ਵੱਖਵਾਦ ਦੀਆਂ ਗੱਲਾਂ ਕਰਦਾ ਹੈ, ਤੁਸੀਂ ਆ ਕੇ ਉਹਨੂੰ ਜਿਵੇਂ ਕਿਵੇਂ ਸਾਡੇ ਰਸਤੇ ਦੇ ਰੋੜੇ ਨੂੰ ਹਟਾਓ। ਉੱਧਰ ਇਹ ਸਲਾਹਾਂ ਵੀ ਕਰਦੇ ਰਹੇ ਮਹਾਂਪੁਰਖਾਂ ਨੂੰ ਖਤਮ ਕਰਾਉਣ ਦੀਆਂ, ਤੇ ਇੱਧਰੋਂ ਉੱਤੋਂ ਉੱਤੇ ਆ ਕੇ ਪੋਚੇ ਵੀ ਮਾਰਦੇ ਰਹਿੰਦੇ ਸਨ, ਮਹਾਂਪੁਰਖ ਅਸੀਂ ਤੁਹਾਡੇ ਨਾਲ ਹੈ, ਅਸੀਂ ਤਾਂ ਇਹ ਧਰਮ ਯੁੱਧ ਮੋਰਚੇ ਦੀ ਸਫਲਤਾ ਚਾਹੁੰਦੇ ਹਾਂ। ਹਾਲਾਂਕਿ ਬਹੁਤ ਸਾਰੇ ਹਮਲੇ ਵੀ ਮਹਾਂਪੁਰਖਾਂ ਦੇ ਉੱਤੇ ਵੀ ਕਰਾਉਣ ਦੇ ਯਤਨ ਕੀਤੇ,
ਮਹਾਂਪੁਰਖਾਂ ਦੀ ਸੱਜੀ ਬਾਂਹ ਭਾਈ ਸੁਰਿੰਦਰ ਸਿੰਘ ਸੋਢੀ ਵਰਗੇ ਸ਼ੇਰ ਦਿਲ ਸੂਰਮੇ ਦਾ ਕਤਲ ਵੀ ਕਰਾ ਦਿੱਤਾ ਗਿਆ ਪਹਾੜੇ ਦੇ ਲੋਕਾਂ ਦੇ ਕੋਲੋਂ। ਸੋ ਇਸ ਪ੍ਰਕਾਰ ਜਿਹੜੇ ਦੋਗਲੇ ਬੰਦੇ ਆ ਨਾ, ਇੱਕ ਪਾਸੇ ਉਹ ਸਰਕਾਰ ਦੇ ਦਰਬਾਰੇ ਵੀ ਆਪਣੀ ਪਹੁੰਚ ਬਣਾਈ ਰੱਖਦੇ ਆ ਤੇ ਦੂਜੇ ਪਾਸੇ ਨਾਲ ਖੜਨ ਦੇ ਦਾਅਵੇ ਵੀ ਕਰਦੇ ਰਹਿੰਦੇ ਆ। ਸੋ ਇਸੇ ਤਰ੍ਹਾਂ ਹੀ ਇਹ ਜਿਹੜੇ ਪਹਾੜੀ ਰਾਜੇ ਆ, ਇੱਕ ਪਾਸੇ ਤਾਂ ਜਾ ਕੇ ਤੁਰਕਾਂ ਦੇ ਕੋਲੇ ਆਪਣਾ ਰੋਣਾ ਰੋਂਦੇ ਆ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੂੰ ਤੁਸੀਂ ਸਾਡੇ ਰਸਤੇ ਵਿੱਚੋਂ ਹਟਾਓ, ਉਹਨਾਂ ਦੇ ਉੱਤੇ ਹਮਲਾ ਕਰੋ, ਅਸੀਂ ਤੁਹਾਡੇ ਨਾਲ ਹੈ। ਤੇ ਦੂਜੇ ਪਾਸੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਲ ਆ ਕੇ ਸੰਧੀ ਦੀਆਂ ਗੱਲਾਂ ਵੀ ਕਰਦੇ ਰਹਿੰਦੇ ਆ ਕਿ ਸਤਿਗੁਰ ਸੱਚੇ ਪਾਤਸ਼ਾਹ ਜੀ ਆਪਾਂ ਰਲ ਮਿਲ ਕੇ ਰਹੀਏ, ਅਸੀਂ ਤੁਹਾਡੇ ਨਾਲ ਹਾਂ। ਇਸ ਪ੍ਰਕਾਰ ਕਿੰਨਾ ਹੀ ਸਮਾਂ ਬੀਤ ਗਿਆ। ਸੂਰਜ ਗ੍ਰਹਿਣ ਦਾ ਜਿਹੜਾ ਪੁਰਬ ਹੈ, ਮੇਲਾ ਲੱਗਦਾ ਹੈ ਵੱਡਾ ਥਾਨੇਸਰ ਵਿਖੇ। ਸੋ ਇਹ ਦਿਨ ਨੇੜੇ ਆ ਗਿਆ। ਸਤਿਗੁਰ ਸੱਚੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਿੰਘਾਂ ਦੀ ਕੁਝ ਕੁ ਸੈਨਾ ਨੂੰ ਨਾਲ ਲੈ ਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਚੱਲਣ ਵਾਸਤੇ ਉਸ ਵੇਲੇ ਤਿਆਰ ਹੋ ਗਏ। ਹਾਂ, ਮਾਤਾ ਗੁਜਰੀ ਜੀ, ਸਤਿਗੁਰੂ ਜੀ ਦੇ ਸਤਿਕਾਰਯੋਗ ਮਾਤਾ ਜੀ ਤੇ ਆਦ ਬਾਕੀ ਜਿਹੜਾ ਸਾਰਾ ਪਰਿਵਾਰ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਰੁਖ ਵੇਖ ਕੇ, ਉਹਨਾਂ ਦੀ ਮਰਜ਼ੀ ਵੇਖ ਕੇ ਉਹ ਘਰ ਵਿੱਚ ਹੀ ਠਹਿਰ ਗਏ। ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਪਰਿਵਾਰ ਤੋਂ ਬਿਨਾਂ ਇਕੱਲੇ ਹੀ ਘੋੜਸਵਾਰ ਹੋ ਕੇ ਫੌਜਾਂ ਦੇ ਨਾਲ ਚੱਲ ਪਏ। ਘੋੜੇ ਦੀਆਂ ਬਾਗਾਂ ਫੜੀਆਂ ਤੇ ਘੋੜੇ ਨੂੰ ਪ੍ਰੇਰਿਆ, ਭਜਾ ਲਿਆ। ਤੇ ਇਸ ਪ੍ਰਕਾਰ ਦੂਰ ਦੀਆਂ ਮਜ਼ਲਾਂ ਕਰਦੇ ਹੋਏ ਸਤਿਗੁਰ ਸੱਚੇ ਪਾਤਸ਼ਾਹ ਜੀ ਜਾ ਰਹੇ ਹਨ। ਇੱਕ ਮਜ਼ਲ 12 ਕੋਹ ਦੀ ਮੰਨੀ ਗਈ ਹੈ ਤੇ ਦੂਰ ਕੀ ਕਵਾਂਗੇ ਆਪਾਂ, ਦੁੱਗਣੀ। ਸਤਿਗੁਰ ਸੱਚੇ ਪਾਤਸ਼ਾਹ ਜੀ ਇੱਕ ਮੰਜ਼ਿਲ ਤੋਂ ਬਾਅਦ ਨਹੀਂ ਸੀ ਰੁਕਦੇ, 12 ਤੇ 12 24 ਦੋ ਕੋਹਾਂ ਤੋਂ ਬਾਅਦ ਥੋੜ੍ਹਾ ਬਹੁਤਾ ਰੁਕਦੇ ਸਨ। ਇਸ ਤਰ੍ਹਾਂ 24 ਕੋਹਾਂ ਕਰਕੇ ਰਸਤੇ ਤੇ ਜਾ ਰਹੇ ਹਨ। ਕਿਉਂਕਿ ਇਹ ਵਿਚਾਰ ਲਿਆ ਸੀ ਕਿ ਸੂਰਜ ਗ੍ਰਹਿਣ ਦੇ ਵਿੱਚ ਥੋੜੇ ਹੀ ਦਿਨ ਬਾਕੀ ਰਹਿ ਗਏ ਹਨ ਤੇ ਜਾ ਰਹੇ ਆ ਉਸ ਪਾਸੇ ਵੱਲ ਨੂੰ ਜਿਸ ਧਰਤੀ ਦੇ ਉੱਤੇ ਬਹੁਤ ਸਾਰੇ ਤੀਰਥਾਂ ਦਾ ਸਮੁਦਾਇ ਹੈ, ਇਕੱਠੇ ਹੀ ਤੀਰਥ ਹਨ। ਇਸ ਤਰ੍ਹਾਂ ਚੱਲਦੇ ਚੱਲਦੇ ਸਤਿਗੁਰੂ ਜੀ ਥਾਨੇਸਰ ਨਗਰ ਵਿਖੇ ਪਹੁੰਚ ਗਏ, ਜਿਹੜਾ ਕਿ ਦੱਖਣ ਦਿਸ਼ਾ ਦੇ ਵਿੱਚ ਬਹੁਤ ਵੱਡਾ ਤੀਰਥ ਹੈ। ਤੇ ਉੱਥੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਚਾਹਨਾ ਕੀਤੀ ਕਿ ਡੇਰਾ ਕੀਤਾ ਜਾਵੇ, ਰੁਕਿਆ ਜਾਵੇ। ਹਾਂ, ਉਸ ਮੇਲੇ ਵਿੱਚ ਸੂਰਜ ਗ੍ਰਹਿਣ ਦੇ ਪੁਰਬ ਦੇ ਮੌਕੇ ਬਹੁਤ ਸਾਰੇ ਨਰ ਨਾਰੀਆਂ, ਇਸਤਰੀਆਂ, ਮਰਦ, ਮਾਈ ਭਾਈ ਆਏ ਹੋਏ ਹਨ। ਕਿਉਂਕਿ ਸੂਰਜ ਗ੍ਰਹਿਣ ਦਾ ਬਹੁਤ ਭਾਰੀ ਮੇਲਾ ਲੱਗਿਆ ਹੋਇਆ ਹੈ। ਥਾਨੇਸਰ ਨਗਰ ਤੋਂ ਉਰੇ ਭਾਵ ਪਹਿਲਾਂ ਹੀ ਇੱਕ ਸਾਧੂ ਜੋਗੀਆਂ ਦੀ ਜਮਾਤ, ਉਹ ਆਪਣੀ ਜਮਾਤ ਸਮੇਤ ਬੈਠੇ ਹੋਏ ਆ। ਜੋਗੀ ਜਿਹੜੇ ਜਗ ਮੈਂ ਬਖਿਆਤ, ਜਿਨ੍ਹਾਂ ਨੂੰ ਜਗ ਜਾਣਦਾ ਸੀ, ਜਗ ਦੇ ਵਿੱਚ ਪ੍ਰਸਿੱਧ ਸਨ ਜਿਹੜੇ ਸਿੱਧ ਜੋਗੀ। ਸੋ ਇਹਨਾਂ ਜੋਗੀਆਂ ਦੇ ਵਿੱਚੋਂ ਜਿਹੜਾ ਮੁਖੀ ਵੱਡਾ ਸੰਤ ਸੀ, ਵੱਡਾ ਮਹੰਤ ਸੀ, ਵੱਡਾ ਜੋਗੀ, ਉਹਦਾ ਨਾਂ ਸੀ ਮਦਨ ਨਾਥ ਗਿਰੀ। ਜਦੋਂ ਇਹ ਮਦਨ ਨਾਥ ਜੋਗੀ ਨੇ ਵੇਖਿਆ ਕਿ ਦੁਨੀਆ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਆਏ ਹਨ, ਤੇ ਉਸੇ ਵੇਲੇ ਹੀ ਆ ਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਅੱਗੇ ਹੋ ਕੇ ਸਤਿਕਾਰ ਨਾਲ ਮਿਲਿਆ। ਬਹੁਤ ਸ਼ਰਧਾ ਭਾਵਨਾ ਵਾਲਾ ਸਿੱਧ ਸੀ ਇਹ ਜੋਗੀ ਸੀ, ਸਤਿਗੁਰੂ ਜੀ ਤੇ ਵੀ ਸ਼ਰਧਾ ਰੱਖਦਾ ਸੀ। ਇਸ ਕਰਕੇ ਇਹਨੇ ਸਤਿਗੁਰੂ ਜੀ ਦੇ ਅੱਗੇ ਆ ਕੇ ਆਦੇਸ਼ ਜਿਹੜਾ ਜੋਗੀਆਂ ਦਾ ਬੋਲਾ ਹੈ, ਉਹਨਾਂ ਦੀ ਬੋਲੀ ਹੈ, ਉਹਦੇ ਵਿੱਚ ਜਦੋਂ ਉਹ ਮਿਲਦੇ ਆ ਕਿਸੇ ਸਾਧੂ ਮਹਾਤਮਾ ਨੂੰ ਜਾਂ ਆਪਸ ਦੇ ਵਿੱਚ, ਤਾਂ ਆਦੇਸ਼ ਕਹਿੰਦੇ ਆ। ਜਪਜੀ ਸਾਹਿਬ ਵਿੱਚ ਵੀ ਆਪਾਂ ਇਹ ਬਚਨ ਪੜ੍ਹਦੇ ਹਾਂ ਨਾ, ਆਦੇਸ਼ ਤਿਸੈ ਆਦੇਸ਼
ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ। ਆਦੇਸ ਨਾਮ ਹੈ ਨਮਸਕਾਰ ਦਾ। ਸੋ ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਨਮਸਕਾਰ ਹੈ ਕਹਿੰਦਾ ਹੋਇਆ ਮਿਲਿਆ। ਹਰੇ ਭਏ ਅਵਲੋਕ ਗੁਸਾਏ। ਸਤਿਗੁਰ ਸੱਚੇ ਪਾਤਸ਼ਾਹ ਜੀ ਵੀ ਦੇਖ ਕੇ ਖੜੇ ਹੋ ਗਏ ਨੇ, ਦਰਸ਼ਨ ਕੀਤੇ। ਸਤਿਗੁਰ ਸੱਚੇ ਪਾਤਸ਼ਾਹ ਜੀ ਗੁਸਾਈ ਮਾਲਕ ਖੜੇ ਹਨ। ਸਤਿਗੁਰ ਕੋ ਆਦੇਸ ਬੁਲਾਏ। ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਆ ਕੇ ਨਮਸਕਾਰ ਕੀਤੀ, ਆਦੇਸ਼ ਬੋਲਿਆ, ਨਮਸਕਾਰ ਕਹਿ ਕੇ ਬੋਲਿਆ। ਪੁਨ ਜੋਗੀ ਨੇ ਪੂਜਨ ਕਰੇ। ਫਿਰ ਇਹ ਜੋਗੀ ਨੇ, ਇਹ ਸਿੱਧ ਨੇ ਜਿਹੜਾ ਮਦਨ ਨਾਥ ਹੈ, ਸਤਿਗੁਰ ਸੱਚੇ ਪਾਤਸ਼ਾਹ ਜੀ ਤੋਂ ਪੁੱਛਿਆ, ਗੁਰ ਕਾ ਸ਼ੇਰਨ ਕੋ ਤਨ ਧਰੇ। ਇਹ ਸਤਿਗੁਰੂ ਕਲਗੀਆਂ ਵਾਲੇ ਸੱਚੇ ਪਾਤਸ਼ਾਹ ਜੀ ਆਪ ਜੀ ਨੇ ਸ਼ੇਰਾਂ ਵਾਲਾ ਬੁਰਕਾ, ਸ਼ੇਰਾਂ ਵਾਲਾ ਭੇਸ ਧਾਰਨ ਕੀਤਾ ਹੋਇਆ ਲਿਬਾਸ। ਕਰਨੀ ਸਿਧੋਂ ਕੀ ਸੁਭ ਧਾਰੇ। ਤੇ ਮਹਾਰਾਜ ਸੱਚੇ ਪਾਤਸ਼ਾਹ ਜਿਹੜੀ ਤੁਹਾਡੀ ਕਰਨੀ ਹੈ, ਜੋ ਤੁਹਾਡੀ ਕਮਾਈ ਹੈ, ਜੋ ਤੁਸੀਂ ਕਾਰਜ ਕਰਦੇ ਹੋ, ਉਹ ਤੇ ਸਿੱਧਾਂ ਵਾਲਾ, ਉਹ ਤਾਂ ਸੰਤਾਂ ਵਾਲਾ ਹੈ। ਬਾਹਰੋਂ ਭੇਖ ਤੁਹਾਡਾ ਸ਼ੇਰਾਂ ਵਾਲਾ, ਸੂਰਮਿਆਂ ਵਾਲਾ, ਤੇ ਅੰਦਰੋਂ ਜਿਹੜਾ ਸੰਤਾਂ ਵਾਲਾ। ਤੁਸੀਂ ਸੰਤ ਅਤੇ ਸਿਪਾਹੀ ਦੋਵਾਂ ਦਾ ਸੁਮੇਲ ਹੋ। ਤੁਮਰੀ ਅਦਭੁਤ ਬਾਤ ਵਿਚਾਰੇ। ਮਹਾਰਾਜ ਸੱਚੇ ਪਾਤਸ਼ਾਹ ਅਚਰਜ ਜੀ ਬਾਤ ਤੁਹਾਡੀ ਮੈਂ ਵਿਚਾਰੀ ਹੈ। ਅਚਰਜ ਜਿਹੀ ਇਹ ਕੌਤਕ ਦੇਖ ਰਿਹਾ ਕਿ ਸੰਤ ਅਤੇ ਸਿਪਾਹੀ ਦੋਵੇਂ ਗੁਣਾਂ ਨੂੰ ਇਕੱਠੇ ਕੀਤਾ ਹੋਇਆ ਹੈ। ਕਲਗੀਧਰ ਬਹੁ ਸਮਾਨਾ। ਉਸ ਵੇਲੇ ਕਲਗੀਧਰ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਵੀ ਇਹ ਮਦਨ ਨਾਥ ਜੋਗੀ ਦਾ ਬਹੁਤ ਸਨਮਾਨ ਕੀਤਾ। ਸੁਣੋ ਨਾਥ ਜੀ ਕੀਨ ਬਖਾਨਾ। ਤੇ ਸਤਿਗੁਰ ਸੱਚੇ ਪਾਤਸ਼ਾਹ ਕਹਿਣ ਲੱਗੇ, ਨਾਥ ਜੀ ਸੁਣੋ, ਮੈਂ ਤੁਹਾਨੂੰ ਦੱਸਦਾ ਵੀ ਇਹ ਸੰਤਾਂ ਵਾਲਾ ਸੁਭਾਅ ਤੇ ਸਿਪਾਹੀਆਂ ਵਾਲਾ ਭੇਖ ਲਿਬਾਸ ਕਿਉਂ ਧਾਰਨ ਕੀਤਾ ਹੈ, ਸੂਰਮਿਆਂ ਵਾਲਾ। ਤੁਰਕ ਗੁਫਤਾਰ ਦਿਕ ਜਗ ਮਾਹੇ। ਕਹਿੰਦੇ ਤੁਹਾਨੂੰ ਪਤਾ ਹੀ ਹੈ ਵੀ ਤੁਰਕਾਂ ਦੀ ਜਿਹੜੀ ਗੁਫਤਾਰ ਹੈ, ਉਹਨਾਂ ਦੇ ਜ਼ੁਲਮ ਦਾ ਬੋਲਬਾਲਾ ਬੜਾ ਹੀ ਜੱਗ ਦੇ ਵਿੱਚ, ਦੁਨੀਆ ਵਿੱਚ ਫੈਲਿਆ ਹੋਇਆ ਇਸ ਵੇਲੇ। ਦੰਡ ਬਿਨਾ ਬਸ ਹੋਏ ਸੋ ਨਾਹੇ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤੁਹਾਨੂੰ ਪਤਾ ਹੈ ਵੀ ਡੰਡਾ ਪੀਰ ਹੈ ਵਿਗੜਿਆਂ ਤਿਗੜਿਆਂ ਦਾ, ਇਸ ਕਰਕੇ ਦੰਡ ਦੇਣ ਤੋਂ ਬਿਨਾਂ, ਸਜ਼ਾ ਦੇਣ ਤੋਂ ਬਿਨਾਂ ਇਹ ਤੁਰਕੜੇ ਠੀਕ ਨਹੀਂ ਆਉਣੇ। ਕਹਿ ਜੋਗੀ ਚਰਚਾ ਸੋ ਚੁਆਏ। ਹਾਂ ਜੋਗੀ ਕਹਿੰਦਾ ਮਹਾਰਾਜ ਸੱਚੇ ਪਾਤਸ਼ਾਹ ਚਰਚਾ ਤਾਂ ਇਹੀ ਹੈ, ਮੈਂ ਵੀ ਇਹੀ ਸੁਣਦਾ ਲੋਕਾਂ ਦੇ ਕੋਲੋਂ ਵੀ ਬੜਾ ਜ਼ੁਲਮ ਕਰ ਰਹੇ ਹਨ ਤੁਰਕ, ਇਹ ਗੱਲ ਸੁਣਨ ਵਿੱਚ ਆਉਂਦੀ ਹੈ। ਹੋਏ ਕਬੂਲ ਸਿੱਧੀ ਪਾਤਸ਼ਾਹ। ਤੇ ਉਸ ਵੇਲੇ ਹੱਥ ਜੋੜ ਕੇ ਆਖਿਆ, ਮਹਾਰਾਜ ਸੱਚੇ ਪਾਤਸ਼ਾਹ ਜਿਹੜਾ ਕਾਰਜ ਤੁਸੀਂ ਕਰਨ ਜਾ ਰਹੇ ਹੋ ਨਾ, ਇਹਦੇ ਵਿੱਚ ਤੁਹਾਨੂੰ ਸਿੱਧੀ ਪ੍ਰਾਪਤ ਹੋਵੇ, ਤੁਸੀਂ ਸਫਲ ਹੋਵੋ ਤੁਰਕਾਂ ਨੂੰ ਜਿਹੜੇ ਜ਼ੁਲਮ ਕਰਦੇ ਆ ਸਜ਼ਾ ਦੇਣ ਵਾਸਤੇ, ਸਜ਼ਾ ਦੇਣ ਦਾ ਜਿਹੜਾ ਕਾਰਜ ਕਰਨ ਲੱਗੇ ਹੋ, ਤੁਸੀਂ ਇਸ ਕਾਰਜ ਵਿੱਚ ਸਫਲ ਹੋਵੋ ਤੇ ਉਹਨਾਂ ਨੂੰ ਚੰਗੀ ਤਰ੍ਹਾਂ ਬਣਾ ਸਵਾਰ ਕੇ ਸਜ਼ਾ ਦਿਓ, ਉਹਨਾਂ ਨੂੰ ਸਿੱਧੇ ਕਰ ਦੇਵੋ। ਰਹਿਣੀ ਸਿੱਧ ਨਾਨਕ ਕੇ ਫਕੀਰ। ਤੁਹਾਡੀ ਰਹਿਣੀ ਬਹਿਣੀ ਜਿਹੜੀ ਹੈ ਇਹ ਸਿੱਧਾਂ ਵਾਲੀ ਹੈ, ਸੰਤਾਂ ਵਾਲੀ ਹੈ, ਕਿਉਂਕਿ ਆਪ ਜੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਦਰ ਘਰ ਦੇ ਫਕੀਰ ਸੰਤ ਹੋ। ਖੈਰਜ ਭੇਖ ਕਾਜ ਦਸਤਗੀਰ। ਤੇ ਖੇਰਜ ਜੋ ਆਪ ਜੀ ਦਾ ਬਾਹਰਲਾ ਭੇਖ ਹੈ, ਸੋ ਸਿਪਾਹੀਆਂ ਵਾਲਾ, ਜਰਨੈਲਾਂ ਵਾਲਾ। ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਇਹ ਸ਼ੁਭ ਕਾਰਜ ਦਸਤਗੀਰ, ਆਪ ਜੀ ਆਪਣੇ ਹੱਥੀਂ ਇਹ ਸ਼ੁਭ ਕਾਰਜ ਕਰਨ ਵਾਲੇ ਹੋ। ਜਿਉ ਦਿਲ ਨੇਕੀ ਹੋਏ ਜਵਾਲ। ਤੇ ਮਹਾਰਾਜ ਸੱਚੇ ਪਾਤਸ਼ਾਹ ਜੇ ਦਿਲ ਵਿੱਚ ਨੇਕੀ ਹੋਵੇ, ਦਿਲ ਵਿੱਚ ਚੰਗਿਆਈ ਹੋਵੇ, ਤੇ ਫਿਰ ਕਿਉਂ ਨਹੀਂ ਉਹਨਾਂ ਦਾ ਜਵਾਲ ਤੁਰਕੜਿਆਂ ਦਾ ਨਾਸ਼ ਕਿਉਂ ਨਹੀਂ ਹੋਏਗਾ। ਦਿਲ ਦੇ ਵਿੱਚ ਨੇਕੀ ਹੋਵੇ ਤੇ ਮੁਖੜੇ ਦੇ ਉੱਤੇ ਜਮਾਲ ਜਿਹੜਾ ਹੈ, ਭਗਤੀ ਸ਼ਕਤੀ ਦਾ ਪ੍ਰਤਾਪ, ਉਸ ਨੇਕੀ ਦਾ ਪ੍ਰਤਾਪ ਤਾਂ ਆਪਣੇ ਆਪ ਹੀ ਦਿਖਾਈ ਦਿੰਦਾ ਹੈ। ਕਰਨੀ ਕੁਦਰਤ ਕੇ ਰਖਿਆਲ। ਤੇ ਮਹਾਰਾਜ ਸੱਚੇ ਪਾਤਸ਼ਾਹ ਜਿਸ ਪ੍ਰਕਾਰ ਦੀ ਆਪ ਜੀ ਕਰਨੀ ਕਰਨਾ ਚਾਹੁੰਦੇ ਹੋ ਨਾ, ਦੁਸ਼ਟਾਂ ਨੂੰ ਸਜ਼ਾ ਦੇਣੀ, ਇਹ ਤਾਂ ਕੁਦਰਤ ਦਾ ਵੀ ਇਹੀ ਖਿਆਲ ਹੈ, ਕੁਦਰਤ ਦਾ ਵੀ ਇਹੀ ਨਿਯਮ ਹੈ ਵੀ ਜਦੋਂ ਅੱਤ ਹੋ ਜਾਵੇ ਬਹੁਤੀ ਜ਼ੁਲਮ ਦੀ ਤਾਂ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਤੇ ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਕਾਦਰ ਦੀ, ਕੁਦਰਤ ਦੇ ਕਾਦਰ ਪ੍ਰਮਾਤਮਾ ਦੇ ਹੁਕਮ ਦੇ ਵਿੱਚ ਹੀ ਜਿਵੇਂ ਇਹ ਹੈ, ਉਸੇ ਪ੍ਰਕਾਰ ਆਪ ਜੀ ਵਧੀਆ ਕਰ ਰਹੇ ਹੋ। ਇਸ ਪ੍ਰਕਾਰ ਆਪਸ ਦੇ ਵਿੱਚ ਵਿਚਾਰ ਚਰਚਾ ਕਰਕੇ ਦੋਵੇਂ ਦਿਸ਼ਾ ਤੋਂ, ਦੋਵੇਂ ਸਾਈਡਾਂ ਤੋਂ, ਭਾਵ ਸਤਿਗੁਰੂ ਸੱਚੇ ਪਾਤਸ਼ਾਹ ਜੀ ਵੀ ਤੇ ਉਹ ਜਿਹੜਾ ਮਦਨ ਨਾਥ ਜੋਗੀ ਹੈ, ਦੋਵਾਂ ਨੇ ਆਨੰਦ ਦੀ ਪ੍ਰਾਪਤੀ ਕੀਤੀ।
ਸਾਹਿਤ ਨਾਮ ਹੈ ਘੜੀ ਦਾ। ਉਸ ਘੜੀ ਜਿਹੜਾ ਮਦਨ ਨਾਥ ਸੀ ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਬੇਨਤੀ ਕਰਕੇ ਕਹਿਣ ਲੱਗਾ, ਉਸ ਜੋਗੀ ਕੀ ਚਾਹੀਏ ਮਾਹਤ। ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਬਹੁਤ ਵਧੀਆ ਕਾਰਜ ਕਰਨ ਲੱਗੇ ਹੋ। ਜੇ ਕਿਸੇ ਜੋਗੀ ਦੀ ਕੋਈ ਸਾਡੇ ਜੋਗੀਆਂ ਵੱਲੋਂ ਆਪ ਜੀ ਨੂੰ ਕੋਈ ਹਮਾਇਤ ਦੀ ਲੋੜ ਹੋਵੇ, ਕਿਸੇ ਸਹਾਇਤਾ ਦੀ ਲੋੜ ਹੋਵੇ ਤਾਂ ਦੱਸ ਦੇਵੋ। ਮੇਲ ਸਤਾਰਥ ਰਾਮ ਰਕੇਰਾ। ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਦਾ ਮੇਲ, ਆਪ ਜੀ ਦੇ ਦਰਸ਼ਨ ਹੋ ਜਾਣੇ, ਇਹ ਤਾਂ ਸਕਾਰਥ ਆ, ਸਾਡੇ ਵਾਸਤੇ ਸਫਲ ਹਨ। ਸੁਣ ਬੋਲੇ ਸਤਿਗੁਰ ਤਿਸ ਬੇਰਾ। ਉਸ ਵੇਲੇ ਸਤਿਗੁਰੂ ਜੀ ਮਦਨ ਨਾਥ ਸਿੱਧ ਜੋਗੀ ਦੀ ਗੱਲ ਸੁਣ ਕੇ ਕਹਿਣ ਲੱਗੇ, ਵਰਕਾ ਅਮੁੰਡ ਦਵੈ ਵਰਕਸ। ਕਹਿੰਦੇ ਭਾਈ ਸਾਡਾ ਜਿਹੜਾ ਫਿਰਕਾ ਹੈ ਨਾ, ਸਾਡਾ ਜਿਹੜਾ ਪੰਥ ਹੈ, ਇਹ ਅਮੁੰਡ ਹੈ, ਭਾਵ ਮੋਨਿਆਂ ਘੋਨਿਆਂ ਦਾ ਨਹੀਂ, ਮੁੰਨਣ ਤੋਂ ਰਹਿਤ ਹੈ, ਕੇਸਾ ਧਾਰੀ ਹੈ, ਅਮੁੰਡ ਹੈ। ਇਸ ਕਰਕੇ ਫਰਕਸ ਬਾਕੀਆਂ ਦੇ ਨਾਲੋਂ ਕਹਿੰਦੇ ਸਾਡੇ ਜਿਹੜੇ ਧਰਮ ਦਾ, ਸਾਡੇ ਪੰਥ ਦਾ ਫਰਕ ਹੈ। ਨਾ ਅਸੀਂ ਹਿੰਦੂ ਹੈ, ਨਾ ਅਸੀਂ ਮੁਸਲਮਾਨ ਹਾਂ, ਅਸੀਂ ਤਾਂ ਖਾਲਸੇ ਵੱਖਰੇ ਹਾਂ, ਫਰਕ ਵਾਲੇ ਹਾਂ। ਖਾਲਸਾ ਬਲੀ ਸੋ ਕਸੇ ਤਰਕਾਸਾ। ਹਾਂ, ਜਿਹੜੀ ਦੂਜੀ ਤੁਸੀਂ ਗੱਲ ਕਹਿੰਦੇ ਹੋ ਵੀ ਜੇ ਜੋਗੀਆਂ ਦੀ ਹਮਾਇਤ ਦੀ ਲੋੜ ਹੋਵੇ ਤੁਰਕਾਂ ਨੂੰ ਸਜ਼ਾ ਦੇਣ ਵਾਸਤੇ, ਕਹਿੰਦੇ ਭਾਈ ਸਾਨੂੰ ਕਿਸੇ ਦੀ ਮਦਦ ਦੀ ਲੋੜ ਨਹੀਂ, ਕਿਉਂਕਿ ਖਾਲਸਾ ਬਹੁਤ ਬਲੀ ਹੈ, ਘੋੜ ਸਵਾਰ ਹੈ ਖਾਲਸਾ। ਔਰ ਤਰਕਸ, ਇਹ ਤਰਕਸ਼ ਹਮੇਸ਼ਾ ਹੱਥ ਦੇ ਵਿੱਚ ਧਨੁੱਖ ਵਗੈਰਾ ਰੱਖਦਾ ਹੈ, ਤੇ ਸਜ਼ਾਵਾਂ ਦੇਣ ਵਾਸਤੇ ਖਾਲਸਾ ਹੀ ਬਹੁਤ ਹੈ, ਸਾਨੂੰ ਕਿਸੇ ਮਦਦ ਦੀ ਲੋੜ ਨਹੀਂ। ਸੁਣ ਜੋਗੀ ਨੇ ਬਾਪ ਬਾਗ ਬਖਾਨਾ। ਸੁਣ ਕੇ ਉਸ ਵੇਲੇ ਮਦਨ ਨਾਥ ਜੋਗੀ ਕਹਿਣ ਲੱਗਾ, ਹੋਏ ਦਿਖਾਵੋ ਸ਼ੋਰੋ ਬਾਨਾ। ਕਹਿੰਦਾ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਤਰਕਸ਼ ਦੇ ਤੀਰ ਕਮਾਨ ਦੇ ਧਨੀ ਹੋ, ਤੇ ਇੱਕ ਬਾਣ ਛੱਡ ਕੇ, ਇੱਕ ਤੀਰ ਛੱਡ ਕੇ ਮੈਨੂੰ ਵੀ ਚਲਾ ਕੇ ਦਿਖਾ ਦਿਓ। ਧਨ ਵਿਦਿਆ ਮੈਂ ਸੁਣੋ ਵਿਸਾਲਾ। ਮੈਂ ਸੁਣਿਆ ਕਿ ਆਪ ਜੀ ਧਨੁੱਖ ਵਿਦਿਆ ਦੇ ਬਹੁਤ ਮਾਹਿਰ ਹੋ। ਜਾਂ ਤੇ ਚਾਹੋ ਪਿਖਾਨਾ ਇਸ ਕਾਲਾ। ਇਸ ਕਰਕੇ ਮਹਾਰਾਜ ਇਸ ਵੇਲੇ ਮੈਂ ਦੇਖਣਾ ਚਾਹੁੰਦਾ ਹਾਂ। ਤਬ ਸਤਿਗੁਰ ਸਾਰੇ ਗੁਣ ਪਰ ਧਰਕੈ। ਉਸ ਵੇਲੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਕਮਾਨ ਦੇ ਵਿੱਚ ਤੀਰ ਧਰ ਕੇ ਤੇ ਖਿੱਚ ਕੇ ਧਨੁੱਖ ਦੀ ਤੰਦੀ ਨੂੰ ਚਿੱਲਾ ਚਾੜ ਕੇ ਬਹੁਤ ਬਲ ਦੇ ਨਾਲ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਛੱਡ ਦਿੱਤਾ ਜ਼ੋਰ ਨਾਲ। ਤੇ ਉਸ ਵੇਲੇ ਜਿਹੜਾ ਕਿਲਾ ਮੁਗਲ ਕੋ ਹੁਤੋ ਸੋ ਕੋਸ, ਕਹਿੰਦੇ ਉੱਥੋਂ ਇੱਕ ਕੋ ਦੂਰ ਇੱਕ ਮੁਗਲ ਦਾ, ਤੁਰਕ ਦਾ ਕਿਲਾ ਸੀ, ਉਧਰ ਨੂੰ ਕਰਕੇ ਛੱਡ ਦਿੱਤਾ ਤੀਰ ਕਲਗੀਆਂ ਵਾਲੇ ਪਾਤਸ਼ਾਹ ਨੇ। ਸੋ ਉਸ ਪਾਸੇ ਨੂੰ, ਉਸ ਦਿਸ਼ਾ ਵੱਲ ਨੂੰ ਰੋਸ ਧਾਰਨ ਕਰਕੇ, ਵੀਰ ਰਸ ਧਾਰਨ ਕਰਕੇ ਮਨ ਦੇ ਵਿੱਚ ਸਤਿਗੁਰ ਨੇ ਤੀਰ ਛੱਡਿਆ। ਜਦੋਂ ਤੀਰ ਸਤਿਗੁਰੂ ਦਾ ਛੱਡਿਆ ਹੋਇਆ ਦੁਰਗ ਦੇ ਉੱਤੇ, ਉਸ ਤੁਰਕ ਦੇ ਕਿਲੇ ਦੇ ਉੱਤੇ ਇੱਕ ਕੋ ਦੂਰ ਜਾ ਕੇ ਐਨ ਉੱਤੇ ਪਹੁੰਚ ਗਿਆ। ਜੋਗੀ ਨੇ ਦੇਖਿਆ, ਬੜਾ ਹੈਰਾਨ ਹੋਇਆ ਤੇ ਦੇਖ ਕੇ ਕਹਿਣ ਲੱਗਾ, ਮਹਾਰਾਜ ਸੱਚੇ ਪਾਤਸ਼ਾਹ ਜਿਹਦੇ ਕੋਲੇ ਆ ਤੁਹਾਡੇ ਵਰਗੀ ਵਿਦਿਆ ਹੋਵੇ ਨਾ, ਆਪ ਜੀ ਕੋਲੇ ਬਹੁਤ ਵੱਡੀ ਇਹ ਯੁੱਧ ਵਿਦਿਆ ਹੈ, ਸ਼ਸਤਰ ਵਿਦਿਆ ਦਾ ਜੇ ਧਨ ਜਿਸ ਕੋਲ ਹੋਵੇ ਉਹਦੀ ਬਰਾਬਰੀ ਨਹੀਂ ਕੋਈ ਕਰ ਸਕਦਾ। ਮਹਾਰਾਜ ਸੱਚੇ ਪਾਤਸ਼ਾਹ ਤ੍ਰੇਤੇ ਯੁੱਗ ਦੇ ਵਿੱਚ ਰਘੂ ਕੁਲ ਦੇ ਸ੍ਰੇਸ਼ਟ ਰਾਮਚੰਦਰ ਜੀ ਦੀ ਇਹ ਬਹਾਦਰੀ ਤੀਰ ਚਲਾਉਣ ਦੀ ਸੁਣੀ ਸੀ। ਤੇ ਇਸ ਪ੍ਰਕਾਰ ਦੁਆਪਰ ਯੁੱਗ ਦੇ ਵਿੱਚ ਅਰਜੁਨ ਦੇ ਬਾਰੇ ਕਹਿੰਦਾ ਮੈਂ ਵਿਚਾਰਿਆ ਕਿ ਉਹ ਵੀ ਤੀਰ ਕਮਾਨ ਦਾ ਬੜਾ ਧਨੀ ਸੀ। ਹੁਣ ਤਾਂ ਮੈਨੂੰ ਇਹ ਪੱਕਾ ਵਿਸ਼ਵਾਸ ਯਕੀਨ ਹੋ ਗਿਆ ਹੈ। ਮਹਾਰਾਜ ਸੱਚੇ ਪਾਤਸ਼ਾਹ ਪੱਕਾ ਤੁਹਾਡੇ ਹੱਥੋਂ ਹੀ ਤੁਰਕਾਂ ਦਾ ਨਾਸ਼ ਹੋਵੇਗਾ। ਫਿਰ ਦੱਸਣ ਲੱਗਾ, ਕਹਿੰਦਾ ਮਹਾਰਾਜ ਜਿੱਥੇ ਕਟਾਸ ਤੀਰਥ ਹੈ ਨਾ ਜਿਹਲਮ ਜ਼ਿਲ੍ਹੇ ਦੇ ਵਿੱਚ, ਕਹਿੰਦਾ ਅਸੀਂ ਉੱਥੇ ਨੇੜੇ ਰਹਿੰਦੇ ਹਾਂ। ਜਿੱਥੇ ਬਾਲ ਗੁਦਾਈ ਸਿੱਧ ਰਹਿੰਦਾ ਉਹਦਾ ਆਸਣ ਹੈ, ਉਸ ਜਗ੍ਹਾ ਦੇ ਉੱਤੇ। ਹਾਂ, ਜਲਦ ਨਾਮ ਹੈ ਸਮੁੰਦਰ ਦਾ, ਵਿਵੇਕ ਨਾਮ ਹੈ ਗਿਆਨ ਦਾ। ਹੇ ਗਿਆਨ ਦੇ ਸਾਗਰ ਸਤਿਗੁਰ ਸੱਚੇ ਪਾਤਸ਼ਾਹ ਜੀ ਆਪ ਜੀ ਉੱਥੇ ਜ਼ਰੂਰ ਆਇਓ।
ਮਹਾਰਾਜ ਸੱਚੇ ਪਾਤਸ਼ਾਹ ਜੀ ਆ ਕੇ ਸਾਡੀ ਫਕੀਰਾਂ ਦਾ ਟੇਕ ਆਸਰਾ ਆਪ ਜੀ ਹੋ ਤੇ ਸਾਡੀ ਰੱਖਿਆ ਕਰੋ। ਸਭ ਸਿੱਧਨ ਕੋ ਦਰਸ਼ਨ ਦੀਜੈ ਆ ਕੇ ਸਾਨੂੰ ਸਾਰੇ ਸਿੱਧਾਂ ਜੋਗੀਆਂ ਨੂੰ ਉੱਥੇ ਦਰਸ਼ਨ ਦੇਵੋ। ਸਰਬ ਦੇਸ਼ ਦੀ ਸੈਰ ਕਰੀਜੈ ਤੇ ਮਹਾਰਾਜ ਸਾਡੇ ਉਸ ਦੇਸ਼ ਦੀ ਉਸ ਇਲਾਕੇ ਦੀ ਸੈਰ ਸਪਾਟਾ ਵੀ ਤੁਸੀਂ ਕਰਿਓ। ਸ੍ਰੀ ਮੁਕਤੇ ਮੁਸਕਾਏ ਬਖਾਨਾ ਉਸ ਵੇਲੇ ਸਤਿਗੁਰੂ ਜੀ ਥੋੜਾ ਜਿਹਾ ਹੱਸ ਕੇ ਕਹਿਣ ਲੱਗੇ, ਸੁਨੋ ਨਾਥ ਜੀ ਕਹਾ ਨਾ ਜਾਣਾ ਕਹਿੰਦੇ ਨਾਥ ਜੀ ਤੁਹਾਡੀ ਵਿਚਾਰ ਤਾਂ ਠੀਕ ਹੈ, ਤੁਹਾਡੀ ਭਾਵਨਾ ਚੰਗੀ ਹੈ, ਪਰ ਸਾਡਾ ਉੱਥੇ ਜਾਣਾ ਨਹੀਂ ਹੋਵੇਗਾ। ਹੋਇਓ ਹੁਕਮ ਨਾ ਠਾਡੇ ਤੇਰਾ ਕਹਿੰਦਾ ਮਹਾਰਾਜ ਸੱਚੇ ਪਾਤਸ਼ਾਹ ਕਿਉਂ ਨਹੀਂ ਆਉਣਾ? ਸਤਿਗੁਰੂ ਜੀ ਕਹਿੰਦੇ ਹੋਇਓ ਹੁਕਮ ਨਾ ਡਾਢੇ ਕੇਰਾ। ਕਹਿੰਦੇ ਉਸ ਡਾਢੇ ਪ੍ਰਮਾਤਮਾ ਅਕਾਲ ਪੁਰਖ ਦਾ ਸਾਨੂੰ ਹੁਕਮ ਨਹੀਂ ਕਿ ਅਸੀਂ ਉੱਥੇ ਜਾਈਏ। ਜੋ ਸਭ ਹਿੰਤੇ ਵਡਹੁ ਵਡੇਰਾ ਜਿਹੜਾ ਸਾਰਿਆਂ ਤੋਂ ਵੱਡਾ ਹੈ, ਅਤ ਉੱਚਾ ਤਾਕਾ ਦਰਬਾਰਾ, ਸੋ ਜੋ ਵੱਡਿਆਂ ਤੋਂ ਵੀ ਵੱਡਾ ਹੈ, ਵੱਡਾ ਮੇਰਾ ਗੋਬਿੰਦ ਹੈ ਜੋ, ਸੋ ਉਸ ਅਕਾਲ ਪੁਰਖ ਵਾਹਿਗੁਰੂ ਦਾ ਹੁਕਮ ਨਹੀਂ ਹੈ। ਸਦੀ 13ਵੀਂ ਜਬ ਹਮ ਆਵੈ ਕਹਿੰਦੇ ਜਦੋਂ ਹਿਜਰੀ ਸੰਮਤ ਦੀ 13ਵੀਂ ਸਦੀ ਆਵੇਗੀ, ਤੁਰਕਨ ਰਾਜ ਤੇਜ ਬਿਨ ਸਾਵੈ ਉਸ ਵੇਲੇ ਇਹਨਾਂ ਤੁਰਕੜਿਆਂ ਦਾ ਜਿਹੜਾ ਰਾਜ ਤੇਜ ਹੈ ਸਭ ਬਿਨਸਾਵੈ, ਸਭ ਨਾਸ਼ ਹੋ ਜਾਵੇਗਾ, ਖਤਮ ਹੋ ਜਾਵੇਗਾ। ਤਦ ਪਹੁੰਚੇ ਗੋ ਪੰਥ ਹਮਾਰਾ ਕਹਿੰਦੇ ਉਸ ਵੇਲੇ ਸਾਡਾ ਖਾਲਸਾ ਪੰਥ ਇਹ ਬਾਲ ਗੁੰਦਾਈ ਦੇ ਟਿੱਲੇ ਤੇ ਪਹੁੰਚੇਗਾ। ਰਾਜ ਨੇ ਤਿਸ ਦੇਸ਼ਨ ਸਾਰਾ ਕਹਿੰਦੇ ਉਸ ਦੇਸ਼ ਦਾ ਵੀ ਤੇ ਕਹਿੰਦੇ ਸਾਰਾ ਰਾਜ ਭਾਗ ਖਾਲਸਾ ਲੈ ਲਵੇਗਾ। ਤੀਰ ਗੋਦਾਵਰ ਕੇ ਹਮ ਜਹ ਤੇ ਅਸੀਂ ਤਾਂ ਕਹਿੰਦੇ ਤੀਰ ਕਿਨਾਰੇ ਗੋਦਾਵਰੀ ਨਦੀ ਦੇ ਜਾਵਾਂਗੇ। ਤੇ ਪੁਨ ਪਰ ਲੋਕ ਸਦੈ ਕਹਿੰਦੇ ਉੱਥੇ ਹੀ ਮਹਾਰਾਸ਼ਟਰ ਦੀ ਮਰਾਠਿਆਂ ਦੀ ਧਰਤੀ ਤੇ ਗੋਦਾਵਰੀ ਨਦੀ ਦੇ ਕੰਢੇ ਤੇ ਕਹਿੰਦੇ ਅਸੀਂ ਉੱਥੇ ਫਿਰ ਪਰਲੋਕ ਗਮਨ ਕਰ ਜਾਵਾਂਗੇ, ਸੱਚਖੰਡ ਚਲੇ ਜਾਵਾਂਗੇ। ਸੁਣ ਕਰ ਸਿੱਧ ਸਗਰੇ ਹਰ ਖਾਏ ਸਤਿਗੁਰੂ ਜੀ ਦੇ ਮੁਖਾਰ ਬਿੰਦ ਤੋਂ ਸੋਹਣੇ ਸੁੰਦਰ ਬਚਨ ਸੁਣ ਕੇ ਸਾਰੇ ਸਿੱਧ ਹਰਖਾਏ, ਖੁਸ਼ ਪ੍ਰਸੰਨ ਹੋ ਗਏ। ਦੀਨ ਪ੍ਰਸਾਦ ਦੀਨ ਤਿਸ ਥਾਏ ਤੇ ਫਿਰ ਇਹਨਾਂ ਨੇ ਉਸ ਜਗ੍ਹਾ ਦੇ ਉੱਤੇ ਲੀਨ ਪ੍ਰਸਾਦ ਨਾਮ ਕਿਰਪਾ ਦਾ। ਜਦੋਂ ਆਪਾਂ ਗੁਰਬਾਣੀ ਦਾ ਵੀ ਪਾਠ ਕਰਦੇ ਆ ਨਾ, ਗੁਰ ਪ੍ਰਸਾਦ, ਇੱਕ ਓੰਕਾਰ ਸਤਿਗੁਰ ਪ੍ਰਸਾਦ, ਜਿਹ ਪ੍ਰਸਾਦ, ਸਭ ਜਗ੍ਹਾ ਤੇ ਪ੍ਰਸਾਦ ਸਿੰਪਲ ਸੱਸੇ ਨਾਲ ਹੀ ਪਾਠ ਕਰਨਾ ਹੈ, ਕਿਉਂਕਿ ਪ੍ਰਸਾਦ ਨਾਮ ਹੈ ਕਿਰਪਾ ਦਾ। ਔਰ ਸੰਪਰਦਾਈ ਜਿਹੜਾ ਇੱਥੇ ਅਰਥ ਹੈ ਉਹ ਵੀ ਮਹਾਂਪੁਰਖ ਇਹੀ ਕਰਦੇ ਹੈ ਕਿ ਉਹਨਾਂ ਸਿੱਧਾਂ ਜੋਗੀਆਂ ਨੇ ਉੱਥੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਪ੍ਰਸਾਦ ਕਿਰਪਾ ਨੂੰ ਪ੍ਰਾਪਤ ਕੀਤਾ, ਕਿਰਪਾ ਲਈ। ਤੇ ਜੇ ਸੱਸੇ ਪੈਰ ਬਿੰਦੀ ਲਾ ਕੇ ਅਰਥ ਕਰਾਂਗੇ ਫਿਰ ਪ੍ਰਸ਼ਾਦ ਉਹ ਛਕਣ ਵਾਲਾ ਪਦਾਰਥ ਬਣ ਜਾਂਦਾ ਹੈ। ਇਸ ਕਰਕੇ ਗੁਰਬਾਣੀ ਦਾ ਪਾਠ ਕਰਨ ਲੱਗਿਆਂ ਵੀ ਕਦੇ ਵੀ ਗੁਰ ਪ੍ਰਸ਼ਾਦ ਨਹੀਂ ਕਹਿਣਾ, ਫਿਰ ਹੋਏਗਾ ਗੁਰੂ ਦਾ ਕੜਾਹ ਪ੍ਰਸ਼ਾਦ ਜਾਂ ਗੁਰੂ ਕਾ ਲੰਗਰ। ਗੁਰ ਪ੍ਰਸਾਦ ਗੁਰੂ ਦੀ ਕਿਰਪਾ। ਸੋ ਪ੍ਰਸਾਦ ਦੇ ਅਰਥ ਨਾਲ ਇਹ ਬਣੇਗਾ ਕਿ ਸਿੱਧਾਂ ਨੇ ਸਤਿਗੁਰੂ ਦੀ ਕਿਰਪਾ ਪ੍ਰਾਪਤ ਕੀਤੀ। ਤੇ ਜੇ ਦੂਜਾ ਅਰਥ ਪ੍ਰਸ਼ਾਦ ਕਰਕੇ ਕਰਾਂਗੇ ਤੇ ਸਿੱਧਾਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਕੜਾਹ ਪ੍ਰਸ਼ਾਦ ਦੀ ਦੇਗ ਪ੍ਰਾਪਤ ਕੀਤੀ। ਸਭ ਹਿਨ ਬੌਰ ਦੇਸ਼ ਬਖਾਨੇ ਫਿਰ ਸਾਰਿਆਂ ਨੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਨਮਸਕਾਰ ਕੀਤੀ। ਮਾਨਤ ਕਲਗੀ ਧਰ ਮਾਨੇ ਤੇ ਸਤਿਗੁਰੂ ਜੀ ਨੇ ਵੀ ਇਹਨਾਂ ਦਾ ਸਨਮਾਨ ਕਰਦਿਆਂ ਹੋਇਆਂ ਇਹਨਾਂ ਦੀ ਨਮਸਕਾਰ ਨੂੰ ਮੰਨਿਆ। ਚਲੇ ਅਗਰ ਨਗਰੀ ਮੈਂ ਆਏ ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਅੱਗੇ ਚੱਲ ਕੇ ਥਾਨੇਸਰ ਨਗਰ ਦੇ ਵਿੱਚ ਪਹੁੰਚ ਗਏ। ਜਿਤਿਉ ਬਚਰੇ ਦੇਖਤ ਥਾਏ ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਇੱਧਰ ਉੱਧਰ ਵਿਚਰ ਰਹੇ ਹਨ ਕੋਈ ਚੰਗੀ ਜਗ੍ਹਾ ਦੇਖਣ ਦੇ ਲਈ। ਪੁਰਬ ਲੋਕ ਕਰ ਗਰੀ ਬਜਾਰੇ ਸਾਰਾ ਜਿਹੜਾ ਪੁਰਬ ਨਗਰੀ ਹੈ ਪੂਰੀ ਉਹਨੂੰ ਦੇਖਿਆ ਤੇ ਗਰੀ ਬਾਜ਼ਾਰ ਜਿੰਨੇ ਗਲੀ ਬਾਜ਼ਾਰ ਹਨ ਸਾਰੇ ਸਤਿਗੁਰੂ ਜੀ ਨੇ ਦੇਖੇ। ਔਰ ਅਗਾਰੀ ਨਿਕਸ ਪਧਾਰੇ ਫਿਰ ਇਸ ਤੋਂ ਬਾਅਦ ਅਗਾੜੀ ਅੱਗੇ ਨੂੰ ਚੱਲ ਗਏ ਨਿਕਲ ਕੇ। ਦੱਖਣ ਦਿਸ਼ ਤੀਰਥ ਪਰ ਆਏ ਤੇ ਦੱਖਣ ਵਾਲੀ ਦਿਸ਼ਾ ਦੇ ਵਿੱਚ ਜਿੱਥੇ ਤੀਰਥ ਹੈ ਉਸ ਜਗ੍ਹਾ ਸਤਿਗੁਰੂ ਜੀ ਆ ਗਏ। ਸਿੰਘ ਉਤਾਰੇ ਦੂਰ ਕਥਾਏ ਤੇ ਸਿੰਘਾਂ ਨੇ ਵੀ ਆਪਣਾ ਦੂਰ ਨੇੜੇ ਉਤਾਰਾ ਕਰ ਲਿਆ, ਆਸਣ ਜਮਾ ਲਏ, ਡੇਰਾ ਲਾ ਲਿਆ। ਆਪ ਬਿਲੋਕੇ ਸੁੰਦਰ ਤੀਰਾ ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਆਪ ਵੀ ਵੇਖ ਰਹੇ ਹਨ ਕਿ ਸੁੰਦਰ ਕਿਨਾਰਾ ਹੈ ਜੋ ਇਹ ਤੀਰਥ ਦਾ। ਮੇਲਾ ਹੋਏ ਰਹਿਓ ਬਹੁ ਭੀਰਾ ਬਹੁਤ ਭੀੜ ਹੈ ਕਿਉਂਕਿ ਸੂਰਜ ਗ੍ਰਹਿਣ ਦਾ ਭਾਰੀ ਪੁਰਬ ਹੈ, ਮੇਲਾ ਲੱਗਿਆ ਹੋਇਆ ਹੈ। ਏਕ ਅਟਾਰੀ ਅਟਣ ਸ਼ਾਹੋ
ਤੇ ਉੱਥੇ ਨੇੜੇ ਹੀ ਇੱਕ ਅਟਣ ਸ਼ਾਹ ਫਕੀਰ ਦੀ ਅਟਾਰੀ ਹੈ, ਭਾਵ ਉੱਚਾ ਚੁਬਾਰਾ ਹੈ। ਤਰੇ ਪ੍ਰਭੂ ਜਾਏ ਤਿਸ ਮਾਹੋ ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਉਸ ਅਟਣ ਸ਼ਾਹ ਦੀ ਅਟਾਰੀ ਦੇ ਵਿੱਚ ਜਾ ਕੇ ਉਤਰ ਗਏ, ਉੱਥੇ ਉਤਾਰਾ ਡੇਰਾ ਕਰ ਲਿਆ। ਮਾਹੂ ਸ਼ਬਦ ਦਾ ਅਰਥ ਕਰਾਂਗੇ ਤਾਂ ਉਸ ਅਟਣ ਸ਼ਾਹ ਦੀ ਅਟਾਰੀ ਵਿੱਚ, ਤੇ ਇੱਥੇ ਪਾਠਾਂਤਰ ਭੇਦ ਹੈ, ਪਾਹੂ ਸ਼ਬਦ ਵੀ ਆਉਂਦਾ ਕਈ ਜਗ੍ਹਾ, ਤੇ ਫਿਰ ਅਰਥ ਬਣੇਗਾ ਕਿ ਅਟਣ ਸ਼ਾਹ ਦੀ ਅਟਾਰੀ ਦੇ ਨੇੜੇ ਉਤਾਰਾ ਕੀਤਾ। ਪਛਮ ਦੇਸ ਤੀਰਥ ਕੀ ਬਾਹੇ ਹਾਂ, ਪੱਛਮ ਦਿਸ਼ਾ ਦੇ ਵਿੱਚ ਜਿੱਧਰ ਉਹ ਤੀਰਥ ਦੀ ਬਾਹੀ ਸੀ, ਸਾਈਡ ਲੱਗਦੀ ਸੀ, ਜਿਸ ਦਿਸ਼ਾ ਲੱਗਦੀ ਸੀ। ਜਿਸ ਮੈਂ ਬਾਸ ਕਰਤ ਪ੍ਰੇਤਾਹੇ ਰਾਤਰੀ ਦੇ ਸਮੇਂ ਸਤਿਗੁਰੂ ਨੇ ਉੱਥੇ ਨਿਵਾਸ ਕੀਤਾ। ਭਈ ਪ੍ਰਭਾਤ ਪੁੰਜ ਦਿਜ ਆਏ ਜਦੋਂ ਪ੍ਰਭਾਤ ਹੋਈ, ਸਵੇਰ ਦਾ ਵੇਲਾ ਹੋਇਆ, ਤੇ ਬਹੁਤ ਸਾਰੇ ਦਿਜ ਬ੍ਰਾਹਮਣ ਇਕੱਠੇ ਹੋ ਕੇ ਸਤਿਗੁਰੂ ਜੀ ਕੋਲ ਆ ਗਏ। ਕੋ ਸੁਨ ਸੁਨ ਬਹੁਤ ਲਾਹੇ ਸੁੱਧ ਸੁਣ ਕੇ, ਖਬਰ ਸੁਣ ਸੁਣ ਕੇ ਬਹੁਤ ਉਤਾਵਲੇ ਹੋ ਕੇ ਸਭ ਕੋ ਦਰਬ ਕਤੈ ਦੀਨੋ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਇਹਨਾਂ ਬ੍ਰਾਹਮਣਾਂ ਨੂੰ ਸਾਰਿਆਂ ਨੂੰ ਹੀ ਇਕੱਠਾ ਹੀ ਧਨ ਦੇ ਦਿੱਤਾ। ਆਪਸ ਮੈਂ ਤਿਨ ਬੰਟਨ ਕੀਨੋ ਤੇ ਇਹਨਾਂ ਬ੍ਰਾਹਮਣਾਂ ਨੇ ਉਹ ਧਨ ਜਿਹੜਾ ਸਤਿਗੁਰੂ ਜੀ ਤੋਂ ਮਿਲਿਆ, ਇਹਨਾਂ ਨੇ ਆਪਸ ਵਿੱਚ ਵੰਡ ਲਿਆ। ਰਾਮ ਦਤ ਕੀ ਗਰੀਆ ਏਕਾ ਤੇ ਇਹਨਾਂ ਬ੍ਰਾਹਮਣਾਂ ਦੇ ਵਿੱਚ ਇੱਕ ਰਾਮਦੱਤ ਨਾਂ ਦਾ ਬ੍ਰਾਹਮਣ ਸੀ, ਜਿਹੜਾ ਕਿੰਗਰੀਆ ਕਰਕੇ ਮਸ਼ਹੂਰ ਸੀ, ਜਿਹਦੀ ਹੱਲ ਕਿੰਗਰੀਆ ਪੈਂਦੀ ਸੀ, ਤਖੱਲਸ, ਜਿਸ ਕੇ ਹੋਰ ਕੁਛ ਗੁਰ ਨ ਵਿਵੇਕਾ ਜਿਹਦੇ ਹਿਰਦੇ ਵਿੱਚ ਕੁਝ ਵਿਵੇਕ ਸੀ, ਗਿਆਨ ਸੀ, ਗੁਰੂ ਸਾਹਿਬ ਜੀ ਬਾਰੇ ਜਾਣਦਾ ਸੀ ਕਿ ਇਹ ਤੇ ਬਹੁਤ ਗਿਆਨਵਾਨ, ਸਰਬ ਕਲਾ ਸਮਰੱਥ ਹਨ। ਰਹਿਓ ਹਜ਼ੂਰ ਬਲੋਕਤ ਦਰਸ਼ਨਾ ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਲਗਾਤਾਰ ਦਰਸ਼ਨ ਕਰ ਰਿਹਾ ਹੈ। ਲਾਖਤ ਕਲਿਆਣ ਅਪਨ ਮਨ ਇਹਦੇ ਮਨ ਦੀ ਇਹ ਅਭਿਲਾਖਾ ਹੈ, ਮਨ ਦੀ ਇਹ ਇੱਛਾ ਹੈ ਕਿ ਮੇਰੀ ਕਲਿਆਣ ਹੋ ਜਾਵੇ, ਮੈਨੂੰ ਮੁਕਤੀ ਮਿਲ ਜਾਵੇ। ਕਿਰਪਾ ਦ੍ਰਿਸ਼ਟ ਪਿਕ ਕਹਿਓ ਸੰਗ ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਕਿਰਪਾ ਦ੍ਰਿਸ਼ਟੀ ਵਾਲੇ ਵੇਖ ਕੇ ਕਹਿਣ ਲੱਗਾ, ਜਾਂਚੋ ਦੇ ਸਭ ਕੁਛ ਗੁਰ ਧਰਮੈ ਤੇ ਇਧਰ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕਟਾਖ ਅਵਲੋਕਨ ਕੀਨੋ ਦਾਸ ਕਾ ਦੁਖ ਵਿਦਾਰਿਓ। ਕਿਰਪਾ ਭਰੇ ਕਟਾਕਸ਼ ਭਰੇ ਨੇਤਰਾਂ ਦੇ ਨਾਲ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਵੇਖ ਕੇ ਆਖਿਆ ਕਿ ਬਾਕੀ ਸਾਰੇ ਬ੍ਰਾਹਮਣਾਂ ਨੇ ਧਨ ਲੈ ਲਿਆ, ਹੇ ਬ੍ਰਾਹਮਣ ਜੀ, ਹੇ ਦਿਜ ਜੀ, ਤੁਸੀਂ ਵੀ ਜੋ ਜਾਚੋ, ਜੋ ਮੰਗੋਗੇ, ਗੁਰੂ ਘਰ ਸਭ ਕੁਝ ਦੇਣ ਦੇ ਸਮਰੱਥ ਹੈ, ਇੱਥੇ ਸਭ ਕੁਝ ਹੈ, ਘਰ ਤਾਂ ਤੇਰਾ ਸਭ ਕੁਝ ਹੈ, ਜਿਸ ਦੇ ਇਹ ਸੋ ਪਾਵਈ। ਕਹਿੰਦੇ ਗੁਰੂ ਘਰ ਵਿੱਚ ਸਭ ਕੁਝ ਹੀ ਹੈ, ਜੋ ਜਾਚਨਾ ਹੈ ਮੰਗ ਲਵੋ। ਸੋਨ ਕਲਗੀਧਰ ਦੇ ਵਡ ਭਾਗੇ ਉਸ ਵੇਲੇ ਕਲਗੀਧਰ ਸਤਿਗੁਰ ਸੱਚੇ ਪਾਤਸ਼ਾਹ ਜੀ ਤੋਂ ਸੁਣ ਕੇ ਇਹ ਵੱਡਿਆ ਭਾਗਾਂ ਵਾਲਾ, ਬੋਲਿਓ ਵਿਪਰ ਸ਼ਰੇ ਅਨੁਰਾਗੇ ਇਹ ਜਿਹੜਾ ਬ੍ਰਾਹਮਣ ਹੈ ਮੁਕਤੀ ਦਾ ਅਨੁਰਾਗੀ ਹੈ, ਮੁਕਤੀ ਦਾ ਪ੍ਰੇਮੀ ਹੈ, ਕਹਿਣ ਲੱਗਾ, ਮੈਂ ਲੋਭੀ ਨਹਿ ਲੇਵਨ ਕੇਰਾ ਕਹਿੰਦਾ ਮਹਾਰਾਜ ਸੱਚੇ ਪਾਤਸ਼ਾਹ, ਮੈਂ ਲੋਭੀ ਨਹੀਂ ਹਾਂ ਧਨ ਦਾ, ਇਸ ਕਰਕੇ ਨਹੀਂ ਮੈਂ ਲਿਆ ਧਨ। ਘਰ ਪਕੜੋ ਸ਼ੋਰੋ ਨਹਿ ਮੇਰਾ ਮਹਾਰਾਜ ਇੱਕ ਕਿਰਪਾ ਕਰ ਦਿਓ, ਬਸ ਮੇਰਾ ਹੱਥ ਫੜ ਲਓ ਤੇ ਛੱਡਿਓ ਨਾ ਕਦੇ ਵੀ। ਕਿਸੋਂ ਕੀ ਹੈ ਪਹੁੰਚ ਨਾ ਜਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ, ਜਿੱਥੇ ਕਿਸੇ ਦੀ ਵੀ ਪਹੁੰਚ ਨਹੀਂ ਹੁੰਦੀ, ਮੋਹੇ ਦੀਨ ਕੋ ਰਾਖੋ ਤਹਾਂ ਮਹਾਰਾਜ ਸੱਚੇ ਪਾਤਸ਼ਾਹ ਮੈਨੂੰ ਉੱਥੇ ਰੱਖਿਓ ਪਰਲੋਕ ਦੇ ਵਿੱਚ, ਜਿੱਥੇ ਜਹ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨ ਊਹਾ ਨਾਮ ਤੇਰਾ ਸੰਗ ਸਹਾਈ। ਮਹਾਰਾਜ ਸੱਚੇ ਪਾਤਸ਼ਾਹ ਉੱਥੇ ਮੇਰੀ ਬਾਹ ਫੜਿਓ, ਉੱਥੇ ਮੇਰਾ ਹੱਥ ਪਕੜ ਕੇ ਰੱਖਿਓ। ਸ੍ਰੀ ਗੁਰ ਕਹਿਓ ਸਹਿਤ ਪਰਵਾਰਾ ਸਤਿਗੁਰੂ ਜੀ ਬੜੇ ਪ੍ਰਸੰਨ ਹੋਏ, ਕਹਿੰਦੇ ਬ੍ਰਾਹਮਣ ਜੀ, ਤੁਹਾਡੇ ਕੱਲਿਆਂ ਦੀ ਕੀ ਗੱਲ ਹੈ, ਤੁਹਾਡੇ ਸਾਰੇ ਪਰਿਵਾਰ ਦੇ ਸਮੇਤ ਮਹਾ ਬੁਲਾਈਏ ਦਾਸ ਭਾਰਾ ਕਹਿੰਦੇ ਬਹੁਤ ਭਾਰਾ ਸੁੱਖ ਮਿਲੇਗਾ, ਸਭ ਨੂੰ ਹੀ ਬੁਲਾ ਲਿਆ ਜਾਵੇਗਾ। ਜਿਮ ਕੈ ਘੋੜਾ ਏਕ ਕਟਾਰ ਇਸ ਤਰ੍ਹਾਂ ਪ੍ਰਸੰਨ ਹੋ ਕੇ ਬਚਨ ਕਹਿੰਦਿਆਂ ਹੋਇਆ ਇੱਕ ਘੋੜਾ ਤੇ ਇੱਕ ਕਟਾਰ, ਆਪਣੇ ਗਾਤਰੇ ਦਾ ਸ਼ਸਤਰ, ਲਈ ਸ਼ਰਬੀ ਕਿਤ ਕਨਕਾਰ ਤੇ ਕੁਝ ਸੋਨੇ ਦੀਆਂ ਮੋਹਰਾਂ ਸਤਿਗੁਰੂ ਨੇ ਮੌਜ ਵਿੱਚ ਆ ਕੇ ਉਹਨੂੰ ਦੇ ਦਿੱਤੀਆਂ। ਜੇਕਰ ਕਹਿਓ ਸਦਨ ਭਰਪੂਰ ਬਖਸ਼ਿਸ਼ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਕਹਿਣ ਲੱਗੇ, ਬ੍ਰਾਹਮਣ ਜੀ ਸਦਨ ਭਰਪੂਰ, ਕਹਿੰਦੇ ਤੇਰਾ ਘਰ ਭਰ ਗਿਆ ਹੈ। ਦਿਓ ਕਰ ਤੇਰੋ ਰੂਰ ਹਾਂ, ਗੁਰੂ ਨੇ ਕਹਿੰਦੇ ਤੇਰੀ ਭਲਾਈ ਕਰ ਦਿੱਤੀ ਹੈ, ਤੇਰਾ ਭਲਾ ਕਰ ਦਿੱਤਾ ਹੈ। ਹੋਰ ਰਾਮਦਤ ਕੀ ਗੈ ਬਾਹੋ ਉਸ ਤੋਂ ਬਾਅਦ ਇਸ ਰਾਮਦੱਤ ਬ੍ਰਾਹਮਣ ਦੀ ਬਾਹ ਫੜ ਕੇ ਤੀਰਥ ਕੇ ਤਟ ਚਲ ਜਾਹੋ ਸਤਿਗੁਰ ਸੱਚੇ ਪਾਤਸ਼ਾਹ ਜੀ ਉਹ ਤੀਰਥ ਦੇ
ਤਟ ਤਟ ਉਹਦੇ ਕਿਨਾਰੇ ਕਿਨਾਰੇ ਤੁਰੇ ਜਾ ਰਹੇ ਹਨ। ਆਇਓ ਕੌਣ ਤੀਰਥ ਕੀ ਬੈਸੇ। ਤੇ ਇਸੇ ਤਰ੍ਹਾਂ ਜਿਹੜੇ ਤੀਰਥ ਦੀ ਉੱਤਰ ਪੱਛਮ ਵਾਲੀ ਬਾਹੀ ਹੈ, ਸੋ ਵਾਯੂ ਕੋਣ ਦੇ ਵਿੱਚ ਜਾ ਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਬਹਿ ਗਏ। ਦਰਸ਼ਨ ਲੋਕ ਦੂਜ ਸੰ ਜੈਸੇ। ਆ ਕੇ ਲੋਕ ਸੰਗਤਾਂ ਸਤਿਗੁਰੂ ਦੇ ਦਰਸ਼ਨ ਕਰਦੀਆਂ ਜਿਵੇਂ ਦੂਜ ਦੇ ਚੰਦ ਦੇ ਕਰਦੇ ਹਨ ਲੋਕ ਦਰਸ਼ਨ। ਏਕ ਸਦਾਗਰ ਤਬ ਤੈ ਆਇਓ। ਉਸ ਵੇਲੇ ਉੱਥੇ ਇੱਕ ਘੋੜਿਆਂ ਦੀ ਖਰੀਦੋ ਫਰੋਖਤ ਕਰਨ ਵਾਲਾ ਸੌਦਾਗਰ ਆਇਆ। ਹਰ ਬੰਧਨ ਕੋ ਬਾਤ ਸੁਨਾਏ। ਨਮਸਕਾਰ ਕਰਕੇ ਸਤਿਗੁਰੂ ਜੀ ਨੂੰ ਕਹਿਣ ਲੱਗਾ, ਪ੍ਰਭ ਜੀ ਅਹੈ ਤੁਰੰਗ ਵਿਕਾਓ। ਮਹਾਰਾਜ ਸੱਚੇ ਪਾਤਸ਼ਾਹ ਮੇਰੇ ਕੋਲੇ ਘੋੜੇ ਵਿਕਾਊ ਹਨ, ਲਗ ਨੈਲੀ ਨੋ ਕਿਨ ਰਾਓ। ਪਰ ਕਿਸੇ ਰਾਉ ਨੇ, ਕਿਸੇ ਸ਼ਾਹੂਕਾਰ ਨੇ, ਕਿਸੇ ਰਾਜੇ ਨੇ ਹੁਣ ਤੱਕ ਖਰੀਦੇ ਨਹੀਂ। ਆਵਰ ਨਹਿ ਤੋ ਕਰੋ ਦਿਖਾਵਣਾ। ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਲੈ ਲਓਗੇ ਤਾਂ ਆਪ ਜੀ ਨੂੰ ਦਿਖਾਵਾਂ ਲਿਆ ਕੇ। ਆਏ ਹੁਕਮ ਤੈ ਕੀਨੋ ਲਿਆਵਣਾ। ਸਤਿਗੁਰ ਕਹਿੰਦੇ ਭਾਈ ਲਾਇਆ, ਸਤਿਗੁਰਾਂ ਦਾ ਹੁਕਮ ਪਾ ਕੇ ਆਗਿਆ ਮੰਨ ਕੇ ਉਸ ਵੇਲੇ ਇਹ ਲੈ ਆਇਆ। ਚੜ੍ਹ ਕੇ ਉੱਪਰ ਫੇਰ ਤੁਹਾਰੇ। ਘੋੜੇ ਦੇ ਉੱਤੇ ਚੜ ਕੇ ਇਹਨੂੰ ਇੱਧਰ ਉੱਧਰ ਦੌੜਾਇਆ। ਚਾਲ ਦਿਖਾਵਨ ਕਰੀ ਕੁਦਾਏ। ਉਹਨਾਂ ਘੋੜਿਆਂ ਦੀ ਚੰਗੀ ਚਾਲ ਦਿਖਾਉਣ ਵਾਸਤੇ ਉਹਨਾਂ ਨੂੰ ਨਚਾਇਆ ਕੁਦਾਇਆ। ਕੀਨ ਤੁਰੰਗਮ ਕੀਨ ਪਸੰਦਾ। ਸਤਿਗੁਰੂ ਨੇ ਉਹਦੇ ਘੋੜਿਆਂ ਦੇ ਵਿੱਚੋਂ 3 ਘੋੜੇ ਪਸੰਦ ਕਰ ਲਏ, ਚੰਚਲ ਬੇਗੀ ਬਲੀ ਬਿਲਾਂਦਾ। ਜਿਹੜੇ ਬੜੇ ਬਲੀ ਸੀ, ਬੜੇ ਜ਼ੋਰ ਵਾਲੇ ਸੀ ਤੇ ਚੰਚਲ ਵੇਗੀ ਸਨ, ਬੜੀ ਚੰਚਲ ਚਤੁਰ ਤੇਜ ਚਾਲ ਵਾਲੇ ਸਨ ਹਵਾ ਵਾਂਗ। ਹੁਣ ਬੈਠੇ ਦੀਵਾਨ ਲਗਾਏ। ਉਸ ਤੋਂ ਬਾਅਦ ਸਤਿਗੁਰੂ ਜੀ ਦੀਵਾਨ ਲਾ ਕੇ ਦਰਬਾਰ ਸਜਾ ਕੇ ਬੈਠ ਗਏ। ਇਹੋ ਖਾਲਸਾ ਟਿਕ ਸਮੁਦਾਏ। ਸਤਿਗੁਰੂ ਜੀ ਦੇ ਆਲੇ ਦੁਆਲੇ ਖਾਲਸਾ ਤਿਆਰ ਬਰ ਤਿਆਰ ਆ ਕੇ ਸਥਿਰ ਹੋ ਗਿਆ, ਸਥਿਤ ਹੋ ਗਿਆ। ਮੇਲੇ ਕੀ ਸੰਗਤ ਸੁਨ ਕਰਕੇ। ਉਧਰ ਮੇਲੇ ਦੇ ਵਿੱਚ ਜਿਹੜੀ ਸੰਗਤ ਆਈ ਹੋਈ ਸੀ ਸੁਣ ਕੇ, ਮਹਾ ਲਾਭ ਕੋ ਹਿਰਦੈ ਵਿਚਰ ਕੇ। ਉਹ ਵੀ ਦਰਸ਼ਨ ਕਰਨ ਵਾਸਤੇ ਆ ਗਏ ਕਿ ਮਹਾ ਲਾਭ ਹੈ, ਸਤਿਗੁਰ ਸੱਚੇ ਪਾਤਸ਼ਾਹ ਆਪ ਇੱਥੇ ਆਏ ਹੈ, ਉਹਨਾਂ ਦੇ ਦਰਸ਼ਨ ਕਰ ਲਈਏ, ਵੱਡਾ ਲਾਭ ਜਾਣ ਕੇ। ਕਲਗੀ ਧਰ ਕੋ ਪਾਗ ਵਨੋ। ਹਾਂ ਕਹਿੰਦੇ ਕਲਗੀਧਰ ਸੱਚੇ ਪਾਤਸ਼ਾਹ ਜੀ ਦਾ ਇੱਥੇ ਆਗਮਨ ਹੋਇਆ, ਸਤਿਗੁਰ ਸੱਚੇ ਪਾਤਸ਼ਾਹ ਆਏ ਹਨ। ਮਿਲ ਸਿਕ ਸੰਗਤ ਜਵਨ ਰੋ ਕਮਨੋ। ਹਾਂ ਜਿਹੜੀ ਵੀ ਸੰਗਤ ਸੀ, ਜਿਹੜਾ ਕਿਹੜਾ ਆ ਕੇ ਮਿਲ ਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਦੇ ਆ। ਦਰਸ਼ਨ ਕਰਨ ਹੇਤ ਚਲ ਆਏ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਵਾਸਤੇ ਚੱਲ ਕੇ ਆਏ ਜਥਾ ਸ਼ਬਦ ਕੋ ਭੇਟ ਲਿਆਏ। ਤੇ ਜਥਾ ਸ਼ਕਤ ਜਿੰਨਾ ਜਿੰਨਾ ਕਿਸੇ ਦਾ ਬਲ ਸੀ, ਜਿੰਨਾ ਜਿੰਨਾ ਕੋਈ ਕਰ ਸਕਦਾ ਸੀ, ਭੇਟਾ ਵੀ ਲੈ ਕੇ ਆਏ ਜਥਾ ਸ਼ਕਤ। ਦੇਖ ਦੇਖ ਮਨ ਕਾਮਨ ਪਾਏ। ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰ ਕਰਕੇ ਤੇ ਜਿਹੜੀਆਂ ਮਨ ਦੀ ਕਾਮਨਾ ਸੀ ਉਹ ਸੰਪੂਰਨ ਕੀਤੀ। ਸਭ ਦਿਨ ਤੇਰੇ ਰਹੇ ਤਿਸ ਥਾਏ। ਉਸ ਵੇਲੇ ਸਤਿਗੁਰ ਸੱਚੇ ਪਾਤਸ਼ਾਹ ਜੀ ਉਸ ਜਗ੍ਹਾ ਦੇ ਉੱਤੇ ਸਾਰਾ ਦਿਨ ਥਿਰ ਰਹੇ, ਸਥਿਤ ਹੋ ਕੇ ਬੈਠੇ ਰਹੇ। ਬੋਲ ਹੈਨ ਕੋ ਦਰਬ ਹਜ਼ਾਰ। ਸੋ ਇਸ ਪ੍ਰਕਾਰ ਸਤਿਗੁਰੂ ਜੀ ਨੇ ਉਹਨਾਂ ਘੋੜਿਆਂ ਦਾ ਹਜ਼ਾਰਾਂ ਰੁਪਏ ਮੁੱਲ ਸੌਦਾਗਰ ਨੂੰ ਦਿੱਤਾ। ਸਦਾਗਰ ਬੰਧਨ ਧਾਰ। ਇਹ ਜਿਹੜਾ ਸੌਦਾਗਰ ਸੀ ਬੜੀ ਖੁਸ਼ੀ ਸਤਿਗੁਰੂ ਜੀ ਨੂੰ ਪ੍ਰਣਾਮ ਕਰਕੇ, ਨਮਸਕਾਰ ਕਰਕੇ, ਮੱਥਾ ਟੇਕ ਕਰਕੇ ਚਲਿਆ ਗਿਆ। ਉਸ ਰਾਤ ਸਤਿਗੁਰੂ ਜੀ ਉਸ ਤੀਰਥ ਦੇ ਉੱਤੇ ਸੰਗਤਾਂ ਦਾ ਉਧਾਰ ਕਰਦੇ ਹੋਏ, ਤੀਰਥ ਦਾ ਉਧਾਰ ਕਰਦੇ ਹੋਏ ਰਾਤ ਸਤਿਗੁਰੂ ਨੇ ਬਤੀਤ ਕੀਤੀ ਤੇ ਸੁਬਾਹ ਅੰਮ੍ਰਿਤ ਵੇਲੇ ਇਸ਼ਨਾਨ ਕੀਤਾ। ਤੇ ਘੋੜੇ ਤੇ ਚੜ ਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਪਿਆਨਾ ਕੀਤਾ, ਅੱਗੇ ਨੂੰ ਚਾਲਾ ਮਾਰ ਦਿੱਤਾ। ਸੋ ਇੱਥੇ ਇਸ 30ਵੇਂ ਪ੍ਰਸੰਗ ਦੀ 30ਵੇਂ ਅੰਸ਼ੂ ਦੀ 5ਵੀਂ ਰੁੱਤਦੇ ਦੀ ਸਮਾਪਤੀ ਹੈ। ਅੱਗੇ ਜੋ 31ਵਾਂ ਪ੍ਰਸੰਗ ਆਵੇਗਾ, ਇੱਕ ਮਾਈ ਦੇ ਕੋਲੋਂ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਸ਼ਰਧਾ ਭਾਵਨਾ ਦੇ ਨਾਲ ਜਾ ਕੇ ਦੁੱਧ ਛਕਣਾ ਤੇ ਸਤਿਗੁਰੂ ਜੀ ਨੇ ਹੋਰ ਵੀ ਬਚਨ ਕਰਨੇ ਗੁਰੂ ਕੀਆਂ ਸੰਗਤਾਂ ਨੂੰ ਕਿ ਤੁਹਾਨੂੰ ਧਨ ਵੀ ਦੇਵਾਂਗੇ, ਮਰਵਾਵਾਂਗੇ ਵੀ। ਤੇ ਇਹ ਬਚਨ ਦੇ ਵਿੱਚ ਕੀ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਗੁੱਝਾ ਭੇਦ ਸੀ, ਇਹ ਆਪਾਂ ਕੱਲ ਦੇ ਦੀਵਾਨ ਵਿੱਚ ਪਿਆਰ ਨਾਲ ਸਰਵਣ ਕਰਾਂਗੇ ਜੀ। ਕਥਾ ਵਿਚਾਰ ਦੌਰਾਨ ਹੋਈਆਂ ਬੇਅੰਤ ਭੁੱਲਾਂ ਦੀ ਸਮੂਹ ਸੰਗਤਾਂ ਨੇ ਖਿਮਾ ਬਖਸ਼ਿਸ਼ ਕਰਨੀ। ਗਰੀਬ ਨਿਵਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਸ਼ੁੱਧਤਾ ਦੇ ਲਈ ਆਪ ਸਮੂਹ ਸੰਗਤਾਂ ਨੇ ਅਰਦਾਸ ਕਰਨੀ। ਸਮਾਪਤੀ ਦੀਆਂ ਤੁਕਾਂ ਪੜ੍ਹ ਕੇ ਉਪਰੰਤ ਅਰਦਾਸ ਵਿੱਚ ਹਾਜ਼ਰੀ ਲਵਾਈਏ। ਇਸ ਨਿਸ ਵਸ ਕਰ ਪ੍ਰਾਤ ਇਸ਼ਨਾਨੇ, ਚੜ੍ਹਤ ਰੰਗ ਪ੍ਰਭ ਕੀ ਸਤਿਆਨੇ।